किसान उदों बावां कढ कढ के कहिंदे सी कि असीं सियासत तो परे रहना। मोदी साहब ने कानून वापस लए ते टप के सियासत च छाल मारती, की गल बनी? उन्हां साडी नहीं मनी। उन्हां ने अपनी वक्री संयुक्त समाज मोर्चा नाम दे उत्ते कमेटी सारे इलैक्शन नहीं लड़ रहे जी हाँ वही लड़ रहे ने पर उन्हां नूं संयुक्त मोर्चे चों बाहर। ਤੁਸੀਂ ਗੱਲ ਕੀਤੀ ਹੈ ਸਰਕਾਰ ਨਾਲ ਤੇ ਦੱਸੋ ਕੀ ਕੀਤਾ ਉਹ ਤਾਂ ਜੀ ਫਿਰ ਕਹਿਣ ਲੱਗੇ ਜੀ ਅਸੀਂ ਕੀ ਦੱਸੀਏ ਵੀ ਸਾਡੀ ਤਾਂ ਹੁਣ ਸਰਕਾਰ ਗੱਲ ਹੀ ਨਹੀਂ ਸੁਣਦੀ। ਅੱਜ ਤੁਹਾਡੀ ਸਰਕਾਰ ਗੱਲ ਨਹੀਂ ਸੁਣਦੀ, ਉਧਰ ਤੁਸੀਂ ਕਾਹਦੇ ਪੈਸੇ ਤੇ ਜੇ ਉਦੋਂ 10 ਦਿਨ ਹੋਰ ਰੁਕ ਜਾਂਦੇ, ਜੇ ਤੁਸੀਂ ਕਾਲ ਨਾ ਕਰਦੇ ਤੇ ਸਾਰਾ ਕੁਝ ਮੰਗਵਾ ਜਾਂਦੇ ਤੇ ਆਜ਼ਾਦ ਨਾ ਵੇਖਣਾ ਪੈਂਦਾ। ਫਿਰ ਯੂਪੀ ਵਾਲਿਆਂ ਨੇ ਸਾਨੂੰ ਕਹਿ ਲਿਆ ਤੇ ਗੱਲ ਕਰੋ ਤੁਸੀਂ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਸੀਂ ਜਿਹੜਾ ਹੈ ਉਹ ਨੀਵਾ ਵਿਖਾ ਸਕਦੇ, ਉਹਨੂੰ ਮਾਫੀ ਮੰਗਵਾ ਸਕਦੇ ਆ, ਉਹ ਕਾਲੇ ਕਾਨੂੰਨ ਰੱਦ ਕਰਾ ਸਕਦੀ ਹੈ ਤੇ ਫਿਰ ਇਹ ਜੇ ਸੂਬਾ ਸਰਕਾਰਾਂ ਜਿਹੜੀਆਂ ਨੇ ਇਹ ਕਿੰਨੀਆਂ ਕਬੱਡੀਆਂ ਹੋਣਗੀਆਂ। 96 ਸਾਲ ਦੀ ਉਮਰ ਆ, ਫਿਰ ਐਲਾਨ ਕਰਤਾ ਵੀ ਮੈਂ ਲੰਬੀ ਤੋਂ ਚੋਣ ਲੜਨੀ ਆ। ਠੂਣੀਆਂ ਦੇ ਕੇ ਲਈ ਫਿਰਦੇ ਨੇ ਬਾਬੇ ਨੂੰ ਸਟੇਜਾਂ ਤੇ। ਤੁਹਾਨੂੰ ਨਹੀਂ ਲੱਗਦਾ ਵੀ ਬਣੀ ਬਣਾਈ ਇੱਜ਼ਤ ਲੈ ਕੇ ਹੁਣ ਲਾਂਭੇ ਹੋ ਕੇ ਬਹਿ ਜਾਣਾ ਚਾਹੀਦਾ? ਬਾਦਲ ਸਾਹਿਬ ਇਹ ਚਾਹੁੰਦਾ ਕਿ ਮੇਰੇ ਜਿਉਂਦਿਆਂ ਜਿਉਂਦਿਆਂ ਉਹ ਆਪਣੇ ਪੁੱਤ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦਾ ਪਰ ਲੋਕ ਨਹੀਂ ਚਾਹੁੰਦੇ। ਸ਼ਰਮ ਆਉਂਦੀ ਗੱਲ ਕਰਦੇ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੇਰੇ ਪਿਤਾ ਸੀ। ਜਦੋਂ ਦੂਜੀ ਵਾਰ ਕਿਹਾ, ਤੀਜੀ ਵਾਰ ਕਹਿਣ ਲੱਗਾ ਤਾਂ ਉਹਨੂੰ ਜਾ ਕੇ ਕਹਿਣਾ ਪਿਆ ਮੈਂ ਤੇਰਾ ਬਾਪ, ਪਿਤਾ ਮੈਂ ਹੀ ਹਾਂ। ਸਿਧਾਂਤ ਨੂੰ ਛੱਡ ਗਏ ਤੇ ਅਸੀਂ ਜੁੜ ਗਏ ਬੰਦਿਆਂ ਜੀ। ਉਹ ਬੰਦੇ ਲੈ ਜਾਣ ਸਾਨੂੰ ਟੱਠੇ ਖੂਹ ਦੇ ਵਿੱਚ। ਮੈਂ ਉਹਨਾਂ ਬੰਦਿਆਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਸੱਜੀਆਂ ਤੇ ਖੱਬੀਆਂ ਬਾਹਾਂ ਸੀ, ਉਹ ਅੱਜ ਬੀਜੇਪੀ ਦੇ ਜਾ ਕੇ ਬੈਠੇ ਨੇ। ਭਾਜਪਾ ਦੇ ਲੀਡਰ ਹਰਜੀਤ ਗਰੇਵਾਲ ਨੇ ਸਾਰਾ ਜਹਾਨ ਆਪਣੇ ਵੈਰ ਪਵਾ ਲਿਆ, ਝੋਨਾ ਵੀ ਪਟਵਾ ਲਿਆ। ਹੁਣ ਭਾਜਪਾ ਨੇ ਟਿਕਟ ਨਹੀਂ ਦਿੱਤੀ ਤੇ ਉੱਪਰੋਂ ਉਹ ਕਹਿੰਦਾ ਮੈਂ ਉਹ ਲੀਡਰ ਥੋੜੀ ਆ ਜਿਹੜੇ ਭੀਖ ਮੰਗ ਕੇ ਟਿਕਟਾਂ ਲੈਂਦੇ ਨੇ। ਢੀਠ ਬੰਦੇ ਦਾ ਕੀ ਹੁੰਦਾ? ਹੱਥ ਨਾ ਉੱਪੜਿਆ ਥੂ ਕੌੜੀ। ਪਿਓ ਪੁੱਤ ਨੌ ਧੀ ਜਵਾਈ ਤੇ ਕੁੜਮਾਂ ਦੇ ਕੁਣਬੇ ਨੇ ਪੰਜਾਬ ਨੂੰ ਜੱਫੀ ਮਾਰੀ ਆ, ਛੱਡਦੇ ਨਹੀਂ। ਕਿੱਦਾਂ ਛੁੱਟੂਗਾ ਪੰਜਾਬ? ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਸਾਡੇ ਨਾਲ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲ ਸੰਯੁਕਤ ਕਿਸਾਨ ਮੋਰਚਾ ਦੀ ਵੀ ਕਰਾਂਗੇ ਤੇ ਪੰਜਾਬ ਦੀ ਮੌਜੂਦਾ ਰਾਜਨੀਤੀ ਦੀ ਵੀ ਕਰਾਂਗੇ। ਸਤਿ ਸ਼੍ਰੀ ਅਕਾਲ ਸਿਰਸਾ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਬੇਟਾ। ਸਭ ਤੋਂ ਪਹਿਲਾਂ ਤਾਂ 378 ਦਿਨ ਦਾ ਕਿਸਾਨੀ ਘੋਲ ਘੁਲ ਕੇ ਤੁਸੀਂ ਜਿੱਤ ਕੇ ਪਰਤੇ ਹੋ, ਵਧਾਈ ਦੇ ਪਾਤਰ ਹੋ। ਤੇ ਪਹਿਲਾ ਸਵਾਲ ਮੇਰਾ ਤੁਹਾਨੂੰ ਇਹ ਆ ਕਿ ਕਿਸਾਨ ਉਦੋਂ ਬਾਵਾਂ ਕੱਢ ਕੱਢ ਕੇ ਕਹਿੰਦੇ ਸੀ ਕਿ ਅਸੀਂ ਸਿਆਸਤ ਤੋਂ ਪਰੇ ਰਹਿਣਾ। ਸਿਆਸਤਦਾਨਾਂ ਨੂੰ ਵੀ ਕਹਿੰਦੇ ਸੀ ਵੀ ਉੱਧਰ ਹੋ ਕੇ ਬਹਿ ਜਾਓ, ਸਾਡੇ 'ਚ ਨਾ ਆ ਕੇ ਬੈਠੋ, ਸਾਡਾ ਮੋਰਚਾ ਸਿਆਸਤ ਤੋਂ ਨਿਰੋਲ ਆ। ਤੇ ਫਿਰ ਜਦੋਂ ਮੋਦੀ ਸਾਹਿਬ ਨੇ ਕਾਨੂੰਨ ਵਾਪਸ ਲਏ ਤੇ ਟੱਪ ਕੇ ਸਿਆਸਤ 'ਚ ਛਾਲ ਮਾਰਤੀ, ਕੀ ਗੱਲ ਬਣੀ? ਬੀਬਾ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼, ਮੈਂ ਤਾਂ ਸਮੁੱਚੇ ਮੀਡੀਆ ਦੀ ਜਿਹੜੀ ਆ ਨਾ ਤਾਰੀਫ ਨਹੀਂ ਕਰ ਸਕਦਾ, ਸ਼ੁਕਰੀਆ ਅਦਾ ਨਹੀਂ ਕਰ ਸਕਦਾ, ਕਿਉਂਕਿ ਜਿਸ ਤਰ੍ਹਾਂ ਤੁਹਾਡੇ ਵਰਗੀਆਂ ਲੜਕੀਆਂ, ਨੌਜਵਾਨ ਲੜਕੇ, ਇਹ ਸਾਰੇ ਉੱਥੇ ਲੋਕ ਜਾਂਦੇ ਰਹੇ ਨੇ, ਇਸ ਤਰ੍ਹਾਂ ਸਾਡੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਇਆ ਤੇ ਦੁਨੀਆ ਦੀ ਹਮਦਰਦੀ ਸਾਡੇ ਨਾਲ ਜੁੜੀ, ਲੋਕਾਂ ਦੀਆਂ ਅਰਦਾਸਾਂ ਉਹ ਸਾਡੇ ਜੁੜੀਆਂ ਤੇ ਅਸੀਂ ਸੱਚ ਦੀ ਲੜਾਈ ਜਿਹੜੀ ਆ ਉਹ ਜਿੱਤੀ। ਤੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ, ਤੁਸੀਂ ਅੱਜ ਵੀ ਲੈ ਰਹੇ ਹੋ। ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਬੜਾ ਵੱਡਾ ਸਵਾਲ ਹੈ ਤੇ ਬਹੁਤ ਅਹਿਮ ਸਵਾਲ ਹੈ ਜੀ। ਜਿਹੜੀ ਗੱਲ ਤੁਸੀਂ ਸਾਡੇ ਬਾਰੇ ਕੀਤੀ, ਅਸੀਂ ਸਾਰੇ ਸਿਆਸਤ ਵਿੱਚ ਨਹੀਂ ਗਏ, ਅਸੀਂ ਉਸ ਸਿਆਸਤ ਚੋਂ ਬਾਹਰ ਆ। ਜਿਹੜੇ ਬਾਈ ਗਏ ਨੇ ਉਹਨਾਂ ਦੇ ਫੈਸਲੇ ਨੂੰ ਕਿੱਦਾਂ ਮੰਨਦੇ ਹੋ? ਬਿਲਕੁਲ ਮੈਂ ਸਾਰੀ ਗੱਲ ਕਰਾਂਗਾ। ਜਿਹੜਾ ਤੁਸੀਂ ਹੁਣ ਸਵਾਲ ਕੀਤਾ, ਸਵਾਲ ਦਾ ਜਵਾਬ ਜਿਹੜਾ ਹੈ ਬਾਦਲੀਲ ਦਵਾਂਗਾ ਔਰ ਜੋ ਸਾਡੀ ਉੱਥੋਂ ਦੀ ਸੱਚਾਈ ਹੈ, ਮਤਲਬ ਕਿ ਮੋਰਚੇ ਦੀ ਵੀ ਇਹ ਕਿਉਂ ਗਏ, ਕਿਸ ਤਰ੍ਹਾਂ ਗਏ, ਇਹ ਸਾਰੀ ਗੱਲ ਮੈਂ ਕਰਾਂਗਾ। ਤੁਹਾਡਾ ਸਵਾਲ ਦਾ ਜਵਾਬ ਦਵਾਂਗਾ ਕਿਉਂਕਿ ਸਾਨੂੰ ਪਤਾ ਹੈ ਕਿ ਪੂਰੀ ਦੁਨੀਆ ਜਿਹੜੀ ਆ ਉਹ ਸਾਡੇ ਵੱਲ ਜਿਸ ਤਰ੍ਹਾਂ ਪਹਿਲਾਂ ਵੇਖ ਰਹੀ ਸੀ। ਅੰਦੋਲਨ ਦੇ ਸਮੇਂ ਦੇ ਵਿੱਚ ਲੋਕਾਂ ਦੀ ਹਮਦਰਦੀ ਸਾਡੇ ਨਾਲ ਜੁੜੀ ਤੇ ਮੋਦੀ ਵਰਗੀ ਸ਼ਕਤੀ ਨੂੰ ਹਰਾਇਆ। ਔਰ ਮੋਦੀ ਜਿਹੜਾ ਮੋਦੀ ਉਹ ਤੋਂ ਮੁਮਕਿਨ ਹੈ, ਉਸ ਮੋਦੀ ਨੂੰ ਹਰਾਉਣਾ ਕੋਈ ਸੌਖੀ ਗੱਲ ਨਹੀਂ। ਔਰ ਮੋਦੀ ਨਹੀਂ ਇਕੱਲਾ, ਸੰਸਾਰ ਭਰ ਦੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਉਹਦੇ ਪਿੱਛੇ ਸੀ। ਉਹ ਦੁਨੀਆ ਦੇ ਲੋਕ ਜਿਹੜੇ ਤਾਕਤਵਰ ਲੋਕ ਹਰੇ ਨੇ ਤੇ ਇਹ ਕਿਉਂ ਹਰੇ? ਇਹ ਲੋਕ ਸ਼ਕਤੀ ਦੇ ਕਾਰਨ। ਜਿਹੜੀ ਗੱਲ ਤੁਸੀਂ ਕੀਤੀ ਹੈ
ਕਿ ਸਾਡੇ ਜਿਹੜੇ ਬਾਈ ਗਏ ਨੇ ਸਿਆਸਤ ਵਿੱਚ ਗਏ ਨੇ, ਮੈਂ ਸਭ ਤੋਂ ਪਹਿਲੀ ਗੱਲ ਤੇ ਤੁਹਾਨੂੰ ਇੱਕ ਦੱਸ ਦੇਣਾ ਚਾਹੁੰਦਾ ਹੈ, ਜਿਹੜੀ ਗੱਲ ਤੁਸੀਂ ਕਹੀ ਆ ਵੀ ਤੁਸੀਂ ਕਿਹਾ ਸੀ ਕਿ ਅਸੀਂ ਸਿਆਸਤ ਵਿੱਚ ਨਹੀਂ ਜਾਵਾਂਗੇ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਔਰ ਮੈਂ ਕਲੀਅਰ ਵੀ ਕਰਾਂਗਾ। ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਪੰਜਾਬ ਦੇ ਵਿੱਚ 32 ਜਥੇਬੰਦੀਆਂ ਇਕੱਠੀਆਂ ਹੋਈਆਂ ਔਰ ਅਸੀਂ ਵੱਖ-ਵੱਖ ਵਿਚਾਰਧਾਰਾ ਦੇ ਸਾਂ ਔਰ ਸਾਰੇ ਇਕੱਠੇ ਹੋ ਗਏ। ਇਕੱਠੇ ਹੋਏ ਸੀ ਤੇ ਸਾਡੀ ਇੱਕ ਸ਼ਰਤ ਸੀ ਵੀ ਅਸੀਂ ਘੱਟੋ ਘੱਟ ਪ੍ਰੋਗਰਾਮ ਤੇ ਇਕੱਠੇ ਹਾਂ, ਜਿਸ 'ਚ ਕੀ ਸੀ ਕਿ ਤਿੰਨੇ ਕਾਨੂੰਨ, ਕਾਲੇ ਕਾਨੂੰਨ ਜਿਹੜੇ ਸੀ ਉਹ ਰੱਦ ਕਰਾਉਣੇ ਜੀ, ਔਰ ਬਿਜਲੀ ਸੋਧ ਬਿੱਲ 2020 ਉਹ ਰੱਦ ਕਰਾਉਣਾ, MSP ਔਰ ਪਰਾਲੀ ਦੇ ਸੰਬੰਧ ਜੋ ਬਣਿਆ ਕਾਨੂੰਨ ਉਹ ਤੇ MSP ਪੰਜਾਬ 'ਚ ਸੀ, ਲੇਕਿਨ ਉਹ ਜਿਸ ਤਰ੍ਹਾਂ ਹੁਣ ਮੱਕੀ ਹੈ ਇਹਦਾ ਰੇਟ 1870 ਰੁਪਏ MSP ਦਾ ਵਿਕਦੀ ਆ 800-900 ਨੂੰ। ਇਹ ਸੀ ਵੀ ਇਹਨੂੰ ਕਾਨੂੰਨੀ ਜਾਮਾ ਜਿਹੜਾ ਉਹ ਅਪਣਾਇਆ ਜਾਵੇ, ਕਾਨੂੰਨੀ ਤੌਰ ਦੇ ਉੱਤੇ ਸਾਨੂੰ MSP ਜਿਹੜੀ ਉਹ ਮਿਲਣੀ ਚਾਹੀਦੀ ਆ। ਜਿਸ ਫਸਲ ਦੇ ਉੱਤੇ MSP ਆ, ਜੇ ਉਹ ਤੋਂ ਘੱਟ ਕੋਈ ਖਰੀਦਦਾਰ ਖਰੀਦਾ ਤੇ ਉੱਤੇ ਪਰਚਾ ਹੋਵੇ, ਮਤਲਬ ਇਹ ਸਾਡੀ ਇੱਕ ਮੰਗ ਸੀ ਪੀ MSP। ਫਿਰ ਜਦੋਂ ਅਸੀਂ ਇਹ ਇੱਥੇ ਇਕੱਠੇ ਹੋਏ ਤੇ ਇਹ ਪ੍ਰੋਗਰਾਮ ਬਣਾ ਲਿਆ ਵੀ ਅਸੀਂ ਭਾਈ ਜਿੰਨਾ ਚਿਰ ਅਸੀਂ ਇਹ ਸੰਘਰਸ਼ ਲੜਦੇ ਹਾਂ ਜਿੱਤਦੇ ਨਹੀਂ ਔਰ ਉਹਨਾਂ ਚਿਰ ਅਸੀਂ ਕਿਸੇ ਸਿਆਸੀ ਪਾਰਟੀ ਦੀ ਗੱਲ ਨਹੀਂ ਕਰਾਂਗੇ, ਨਾ ਕਿਸੇ 'ਚ ਜਾਵਾਂਗੇ ਤੇ ਨਾ ਕਿਸੇ ਸਿਆਸੀ ਬੰਦੇ ਨੂੰ ਆਪਣੀ ਸਟੇਜ ਤੇ ਆਉਣ ਦੇਵਾਂਗੇ ਜੀ। ਇਹ ਸਾਡਾ ਪੰਜਾਬ ਦਾ ਫੈਸਲਾ। ਉਸ ਤੋਂ ਬਾਅਦ ਫਿਰ ਅਸੀਂ ਇਹ ਸੋਚਿਆ ਕਿ ਇਹ ਇਕੱਲੇ ਪੰਜਾਬ ਨਾਲ ਗੱਲ ਨਹੀਂ ਬਣਨੀ, ਸਾਰੇ ਇਹਦੇ ਵਿੱਚ ਦੇਸ਼ ਨੂੰ ਲੈਣਾ ਪਵੇਗਾ। ਦੇਸ਼ ਦੀਆਂ ਜਥੇਬੰਦੀਆਂ ਆ ਗਈਆਂ, ਉੱਥੇ ਵੀ ਇਹ ਫੈਸਲਾ ਕਿ ਅਸੀਂ ਕਿਸੇ ਰਾਜ ਨੂੰ ਔਰ ਸਵਾ ਸਾਲ, ਇੱਕ ਸਾਲ ਨਹੀਂ 300 ਮਤਲਬ ਕਿ ਇਹ ਤੇ ਹੋ ਗਏ ਨਾ 376 ਦਿੱਲੀ ਵਾਲੇ। ਉਸ ਤੋਂ ਪਹਿਲਾਂ ਬੇਟਾ ਜੀ 2 ਮਹੀਨੇ ਪੰਜਾਬ ਵਾਲੇ ਵੀ ਗਿਣਿਆ ਬਿਲਕੁਲ, ਕਿਉਂਕਿ ਅਸੀਂ ਰੇਲਵੇ ਟਰੈਕਾਂ ਤੇ ਬੈਠ ਰਹੇ ਹਾਂ, ਉਹ ਪੱਥਰਾਂ ਦੇ ਉੱਤੇ ਅਸੀਂ ਬੈਠੇ ਉੱਥੇ 2 ਮਹੀਨੇ ਲਗਾਤਾਰ ਬੈਠੇ ਹਾਂ। ਇਸ ਕਰਕੇ ਇਹ ਸਵਾ ਸਾਲ ਬਣਦਾ ਹੈ। ਇਹਦੇ ਵਿੱਚ ਅਸੀਂ ਕਿਸੇ ਸਿਆਸੀ ਬੰਦੇ ਨੂੰ ਸਟੇਜ ਦੇ ਨੇੜੇ ਨਹੀਂ ਆਉਣ ਦਿੱਤਾ ਔਰ ਸਾਡੀ ਇਹ ਵੀ ਵਿਚਾਰ ਸੀ, ਸਾਡਾ ਇੱਕ ਮੈਂ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਜਦੋਂ ਵੀ ਸਾਡੀ ਵਿਚਾਰ ਚੱਲਦੀ ਸੀ ਆਪਸ ਵਿੱਚ ਵੀ ਅਸੀਂ ਮੋਰਚਾ ਜਿੱਤਣ ਤੋਂ ਬਾਅਦ ਕੀ ਕਰਨਾ, ਇਹ ਵੀ ਗੱਲ ਚੱਲਦੀ, ਵਿਚਾਰਾਂ ਚੱਲਦੀਆਂ ਜੀ। ਵਿਚਾਰ ਇਹ ਹੁੰਦੀ ਸੀ ਉੱਥੇ ਅਸੀਂ ਇਸ ਗੱਲ ਤੇ ਮਤਲਬ ਕਿ ਜ਼ਿਆਦਾ ਜ਼ੋਰ ਦੇ ਰਹੇ ਸਾਂ ਵੀ ਯੂਪੀ ਨੂੰ ਟਾਰਗੇਟ ਰੱਖਿਆ ਜਾਵੇ, ਸੌਰੀ ਯੂਪੀ ਨੂੰ ਮਿਸ਼ਨ ਯੂਪੀ ਲੈ ਕੇ ਚੱਲੋ, ਟਾਰਗੇਟ 2024 ਰੱਖੋ। ਜੇ ਅਸੀਂ ਯੂਪੀ ਦੇ ਵਿੱਚੋਂ ਬੀਜੇਪੀ ਨੂੰ ਹਰਾ ਦੇਣੇ ਆ ਤੇ ਫਿਰ ਇਹ ਆ ਕਿ ਇਹ ਇੱਕ ਚੌਥਾ ਥੰਮ ਹੈ ਜਿਹੜਾ ਕਿ ਡਿੱਗ ਪਏਗਾ ਤੇ ਫਿਰ ਅਸੀਂ ਪਾਰਲੀਮੈਂਟ ਦੀਆਂ ਜਿਹੜੀਆਂ 2024 ਦੀਆਂ ਇਲੈਕਸ਼ਨਾਂ ਨੇ ਉਹਦੀ ਤਿਆਰੀ ਕਰੀਏ ਤੇ ਉਸ ਟਾਈਮ ਤੇ ਪੂਰੇ ਦੇਸ਼ ਵਿੱਚੋਂ ਪਾਰਲੀਮੈਂਟ ਮੈਂਬਰ ਜਿਹੜੇ ਨੇ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਤਿਆਰ ਕੀਤਾ ਜਾਵੇ, ਚੰਗੇ ਬੰਦੇ ਕੱਢੇ ਜਾਣ ਪਰ ਪ੍ਰੈਸ਼ਰ ਗਰੁੱਪ ਕਾਇਮ ਰੱਖਿਆ ਜਾਵੇ। ਇਹ ਸਾਡਾ ਇੱਕ ਵਿਚਾਰ ਸੀ ਸਾਡੀ। ਲੇਕਿਨ ਜਦੋਂ 19 ਨਵੰਬਰ ਨੂੰ ਤੁਹਾਨੂੰ ਪਤਾ ਆਪੇ ਮੋਦੀ ਨੇ ਤਿੰਨੇ ਕਾਲੇ ਕਾਨੂੰਨ ਰੱਦ ਕਰ ਦਿੱਤੇ ਤੇ ਸਾਡੇ ਜਿਹੜੇ ਭਰਾ ਸੀ, ਭਾਈਚਾਰਾ ਸਾਡਾ ਪੰਜਾਬ ਦੇ ਵਿੱਚ ਇਹ ਬਹੁਤ ਕਾਲਾ ਪੈ ਗਿਆ। ਨਾਲ ਸਰਦਾਰ ਗੁਰਨਾਮ ਸਿੰਘ ਚੰਡੂਨੀ ਵੀ ਸੀ ਹਰਿਆਣੇ ਤੋਂ, ਉਹ ਤੋਂ ਪਹਿਲਾਂ ਤੇ ਪਹਿਲਾਂ ਹੀ ਕਾਲੇ ਸੀ ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਜਿਹੜੇ ਉਹ ਤਾਂ ਪਹਿਲਾਂ ਕਾਲੇ ਸੀ ਤੇ ਜਿਹੜੇ ਉਹਦੇ ਖਿਲਾਫ ਕਾਲੀਆਂ ਝੰਡੀਆਂ ਵਿਖਾਉਣ ਵਾਲੇ ਸੀ, ਜਿਨ੍ਹਾਂ ਨੇ ਮੁਅੱਤਲ ਕੀਤਾ ਸੀ, ਹਾਂਜੀ ਜਿਨ੍ਹਾਂ ਨੇ ਮੁਅੱਤਲ ਕੀਤਾ ਸੀ, ਉਹ ਉਹਨਾਂ ਤੋਂ ਵੀ ਕਾਲੇ ਹੋ ਗਏ। 19 ਤਰੀਕ ਨੂੰ ਐਲਾਨ ਕੀਤਾ ਤੇ ਉਸੇ ਟਾਈਮ ਤੇ ਕਹਿੰਦੇ ਜੀ ਆਪਾਂ ਤੇ ਬਸ ਹੁਣੇ ਕਰੀਏ। ਫਿਰ ਅਸੀਂ ਕਿਹਾ ਵੀ ਅੱਜ ਤਾਂ ਹੁਣ ਐਲਾਨ ਹੀ ਕੀਤਾ ਨਾ ਕਰੋ। 21 ਤਰੀਕ ਨੂੰ ਸਾਡੀ ਮੀਟਿੰਗ ਹੁੰਦੀ ਹੈ, 21 ਨਵੰਬਰ ਦੀ ਮੀਟਿੰਗ ਦੇ ਵਿੱਚ ਅਸੀਂ ਕਹਿਣ ਲੱਗੇ ਵੀ ਬਸ ਹੁਣ ਜੀ ਮੋਰਚਾ ਆਪਣਾ ਜਿੱਤਿਆ ਗਿਆ ਜੀ। ਮੋਰਚਾ ਅਜੇ ਨਹੀਂ ਜਿੱਤਿਆ ਗਿਆ, ਅਜੇ ਪਾਰਲੀਮੈਂਟ ਵਿੱਚ ਆਉਣੇ ਆ, ਬਿੱਲ ਪਾਸ ਹੋਣੇ ਆ, ਜਿੰਨਾ ਚਿਰ ਨਹੀਂ ਉਹਨਾਂ ਚਿਰ ਨਹੀਂ। ਪਰ ਸਾਡੇ ਭਰਾ ਬਹੁਤ ਕਾਲੇ ਪੈ ਗਏ। ਉਸ ਤੋਂ ਬਾਅਦ ਕੀ ਹੋਇਆ ਕਿ ਮੀਟਿੰਗ ਹੋਈ 21 ਨਵੰਬਰ ਨੂੰ ਮੀਟਿੰਗ ਹੋਈ ਤਾਂ ਉਸ ਮੀਟਿੰਗ ਦੇ ਵਿੱਚ ਅਸੀਂ ਤੁਸੀਂ ਵੇਖਿਆ ਹੈਗਾ ਕਿ ਇੱਕ ਖੁੱਲੀ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਨੂੰ ਵੀ ਤੁਸੀਂ 3 ਕਾਨੂੰਨ ਤਾਂ ਰੱਦ ਕਰ ਦਿੱਤੇ, ਲੇਕਿਨ ਜਿਹੜੀਆਂ ਬਾਕੀ ਮੰਗਾਂ ਨੇ ਉਹ ਅਜੇ ਜਿਉਂਦੀਆਂ ਤੇ ਉਹਨੇ ਤੇ ਔਰ ਇਸ ਅੰਦੋਲਨ ਦੇ ਸਮੇਂ ਜਿਹੜੇ ਹੋਰ ਮੁੱਦੇ ਨਾਲ ਜੁੜ ਗਏ, ਜਿਵੇਂ ਕਿ 26 ਜਨਵਰੀ ਵਾਲੇ ਕੇਸ ਹੋ ਗਏ ਦਿੱਲੀ ਵਾਲੇ ਜੀ, ਹਰਿਆਣੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੇਸ ਹੋਏ, ਲਖੀਮਪੁਰ ਖੀਰੀ ਵਾਲਾ ਕੇਸ ਆ ਗਿਆ ਵੀ ਇਹ ਜਿਹੜੀਆਂ ਮੰਗਾਂ ਨੇ ਜਿੰਨਾ ਚਿਰ ਇਹ ਸ਼ਹੀਦ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਤੇ ਇਹ ਜਿਹੜੇ ਪਰਚੇ ਨੇ ਰੱਦ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਮੋਰਚਾ ਚੱਲੇਗਾ। ਇਹ ਚਿੱਠੀ ਲਿਖਤੀ ਅਸੀਂ, ਲੇਕਿਨ 24 ਤਰੀਕ ਨੂੰ ਕੈਬਨਿਟ ਬੈਠੀ ਤੇ 24 ਤਰੀਕ ਨੂੰ ਉਹਨਾਂ ਨੇ ਕੈਬਨਿਟ ਦੇ ਵਿੱਚ ਜਿਹੜਾ ਸੀ ਐਲਾਨ ਕਰਤਾ ਵੀ ਅਸੀਂ ਮਤਾ ਪਾਸ ਕਰਤਾ ਵੀ ਇਹ ਤਿੰਨੇ ਕਾਨੂੰਨ ਰੱਦ ਜੀ। ਫਿਰ ਉਸੇ ਟਾਈਮ ਤੇ ਐਮਰਜੈਂਸੀ ਮੀਟਿੰਗ ਹੋ ਗਈ ਸਾਡੇ ਭਰਾਵਾਂ ਦੀ 32 ਜਥੇਬੰਦੀਆਂ ਦੀ ਤੇ ਬਸ ਜੀ ਹੁਣ ਤਾਂ ਹੋ ਗਿਆ, ਕੈਬਨਿਟ 'ਚ ਹੋ ਗਿਆ। ਬਿਲਕੁਲ ਨਹੀਂ, ਅਸੀਂ ਇਸ ਗੱਲ ਤੇ ਅੜੇ ਵਿੱਚ ਜਿਹੜੇ ਬਾਅਦ 'ਚ ਵੀ ਅੜੇ ਰਹੇ, ਅੱਜ ਵੀ ਖਲੋਤੇ ਹਾਂ। ਅਸੀਂ ਕਿਹਾ ਵੀ ਬਿਲਕੁਲ ਨਹੀਂ, ਇਹ ਗੱਲ ਨਹੀਂ ਇਸ ਤਰ੍ਹਾਂ ਹੋਣੀ। ਜਿੰਨਾ ਚਿਰ ਬਾਕੀ ਮੰਗਾਂ ਨਹੀਂ ਪ੍ਰਵਾਨ ਹੁੰਦੀਆਂ ਉਹਨਾਂ ਚਿਰ ਨਹੀਂ ਇੱਥੇ ਰਵਾਂਗੇ।
ਚੱਲਦਿਆਂ ਚਲਾਉਂਦਿਆਂ ਜੀ ਫਿਰ ਸਾਡੀਆਂ ਮੀਟਿੰਗਾਂ ਜਿਹੜੀਆਂ ਹੋਈਆਂ, ਫਿਰ ਲਗਾਤਾਰ ਮੀਟਿੰਗਾਂ ਜਿਹੜੀਆਂ ਸੀ ਉਹ ਸ਼ੁਰੂ ਹੋ ਗਈਆਂ। ਇਹ ਕਿਹੜਾ ਵੇਲਾ ਹੋਵੇ ਅਸੀਂ ਚੱਲੀਏ। ਚੱਲਦਿਆਂ 9 ਦਸੰਬਰ ਨੂੰ ਜਿਹੜਾ ਸੀ ਉਹ ਇੱਕ ਚਿੱਠੀ ਆ ਗਈ। ਜਿਹੜੇ ਗੱਲਬਾਤ ਵਿੱਚ ਕਰ ਰਹੇ ਸੀ ਉਹ ਚਿੱਠੀ ਵਿਖਾਉਂਦੇ ਨੇ ਫੋਨ ਦੇ ਵਿੱਚ, ਕਹਿੰਦੇ ਜੀ ਆ ਚਿੱਠੀ ਆ ਗਿਆ ਕਿ ਮੰਗਾਂ ਸਰਕਾਰ ਨੇ ਪ੍ਰਵਾਨ ਕਰ ਲਈਆਂ ਰਹਿੰਦੀਆਂ, ਜਿਹਦੇ ਵਿੱਚ ਅਜੇ ਟੈਨੀ ਜਿਹੜਾ ਉਹ ਬਰਖਾਸਤ ਹੋਏਗਾ ਜੀ ਮੰਤਰੀ ਪਦ ਤੋਂ ਤੇ ਜੇਲ੍ਹ ਜਾਏਗਾ। ਜਿਹੜੇ ਕਿਸਾਨਾਂ ਦੇ ਉੱਤੇ ਪਰਚੇ ਨੇ ਉਹ ਵੀ ਰੱਦ ਹੋਣਗੇ, ਜਿਹੜੇ ਲਖੀਮਪੁਰ ਵਾਲੇ, ਬਾਕੀ ਸਾਰੇ ਪਰਚੇ ਰੱਦ ਹੋਣਗੇ, ਮੁਆਵਜ਼ਾ ਵੀ ਮਿਲੇਗਾ। ਤੇ ਜਿਹੜੀ ਇਹ MSP ਆ ਇਹ ਤੇ ਪਰਮਾਨੈਂਟ ਕਮੇਟੀ ਬਣੇਗੀ ਇੱਕ, ਉਹ ਕਿਉਂਕਿ ਲੰਬਾ ਪ੍ਰੋਸੈਸ ਹੈ ਥੋੜਾ ਜਿਹਾ, ਤੇ ਇਹ ਸਾਡੀਆਂ ਮੰਗਾਂ ਬਣੀਆਂ। ਫਿਰ ਉੱਥੇ ਸਾਨੂੰ ਜਿਹੜਾ ਸੀ ਉਹ ਮੰਨਣਾ ਪੈਣਾ ਸੀ। ਅਸੀਂ ਉੱਥੇ ਫਿਰ ਮੰਨੇ, ਤੇ ਪਰ ਇਹ ਗੱਲ ਕੀਤੀ ਨਾਲ, ਤੇ ਅਸੀਂ ਇੱਕ 15 ਜਨਵਰੀ ਦੀ ਅਗਲੀ ਮੀਟਿੰਗ ਰੱਖਤੀ ਤੇ ਉੱਥੋਂ ਫਿਰ 11 ਤਰੀਕ ਨੂੰ ਜਿਹੜਾ ਸੀ ਵਾਪਸੀ ਕਰਨੀ ਆ ਗਏ। ਉਸ ਤੋਂ ਬਾਅਦ ਆ ਕੇ ਫਿਰ ਸਾਡੀਆਂ ਮੀਟਿੰਗਾਂ ਦਾ ਸਿਲਸਿਲਾ ਇੱਥੇ ਫਿਰ ਸ਼ੁਰੂ ਹੋ ਗਿਆ। ਜਦੋਂ ਮੀਟਿੰਗਾਂ ਸਾਡੀ 32 ਕਿਸਾਨ ਜਥੇਬੰਦੀਆਂ ਦੀ ਲਾਸਟ ਮੀਟਿੰਗ ਜਿਹੜੀ ਆ ਉਹ 24 ਤਰੀਕ ਨੂੰ ਮੁੱਲਾਂਪੁਰ ਹੋਈ। ਉਸ ਮੀਟਿੰਗ ਦੇ ਵਿੱਚ ਅਸੀਂ ਬਹੁਤ ਜ਼ੋਰ ਦੇ ਕੇ, ਉੱਥੇ ਸਾਡਾ ਭਾਈਚਾਰਾ ਜਿਹੜਾ ਸੀ ਇਹ 22 ਜਥੇਬੰਦੀਆਂ ਜੀ, ਉਹ ਕਹਿਣ ਲੱਗੇ ਜੀ ਆਪਾਂ ਹੁਣ ਹੋ ਗਿਆ ਵੀ ਇਲੈਕਸ਼ਨ ਲੜ। ਅਸੀਂ ਇਹ ਗੱਲ ਕਹੀ ਕਿ ਅਜੇ ਸਾਡੀਆਂ ਮੰਗਾਂ ਬਾਕੀ ਨੇ, ਜੇ ਅਸੀਂ ਇਲੈਕਸ਼ਨ ਵਿੱਚ ਚਲੇ ਜਾਂਦੇ ਆ ਤੇ ਉਹਨਾਂ ਮੰਗਾਂ ਦਾ ਕੀ ਬਣੇਗਾ? ਜੇ ਮੋਰਚਾ ਲਾਉਣਾ ਪਏਗਾ ਫਿਰ ਕਿਸ ਤਰ੍ਹਾਂ ਲਾਵਾਂਗੇ? ਇਸ ਕਰਕੇ ਇਲੈਕਸ਼ਨਾਂ ਦਾ ਕੰਮ ਨਾ ਕਰੋ। ਤੇ ਇਹ ਸਾਡਾ ਪ੍ਰੈਸ਼ਰ ਗਰੁੱਪ ਬਣਿਆ ਤੇ ਬਣਿਆ ਰਹਿਣਾ ਚਾਹੀਦਾ। ਔਰ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਸੀਂ ਜਿਹੜਾ ਹੈ ਉਹ ਨੀਵਾ ਵਿਖਾ ਸਕਦੇ, ਉਹਨੂੰ ਮਾਫੀ ਮੰਗਵਾ ਸਕਦੇ ਆ, ਉਹ ਕਾਲੇ ਕਾਨੂੰਨ ਰੱਦ ਕਰਾ ਸਕਦੇ ਆ, ਤੇ ਫਿਰ ਇਹ ਜੇ ਸੂਬਾ ਸਰਕਾਰਾਂ ਜਿਹੜੀਆਂ ਨੇ ਇਹ ਕਿੰਨੀਆਂ ਕਬੱਡੀਆਂ ਹੋਣਗੀਆਂ। ਪਰ ਉਹਨਾਂ ਸਾਡੀ ਨਹੀਂ ਮੰਨੀ। ਉਹਨਾਂ ਨੇ ਆਪਣੀ ਵੱਖਰੀ ਸੰਯੁਕਤ ਸਮਾਜ ਮੋਰਚਾ ਨਾਂ ਦੇ ਉੱਤੇ ਕਮੇਟੀ ਬਣਾਈ। ਔਰ ਤੁਹਾਨੂੰ ਪਿੱਛੇ ਪਤਾ ਹੋਵੇਗਾ ਕਿ ਜਦੋਂ ਗੁਰਨਾਮ ਸਿੰਘ ਚੰਡੂਨੀ ਨੂੰ ਕਿਹਾ ਕਿ ਮਿਸ਼ਨ ਪੰਜਾਬ ਲੈ ਕੇ ਚੱਲਿਆ ਤੇ ਉਹਨੂੰ ਅਸੀਂ ਸਸਪੈਂਡ ਕੀਤਾ। ਸਸਪੈਂਡ ਕੀਤਾ ਗਿਆ ਤੇ ਫਿਰ ਉਹ ਬਾਅਦ ਵਿੱਚ 15 ਦਿਨ ਲਈ ਸਸਪੈਂਡ ਕੀਤਾ। ਫਿਰ ਉਹ ਮਾਫੀ ਮੰਗ ਕੇ ਆਇਆ ਕਿ ਮੈਂ ਅੱਗੇ ਤੋਂ ਗੱਲ ਨਹੀਂ ਕਰਾਂਗਾ, ਲੇਕਿਨ ਉਹ ਆਪ ਤੋਂ ਮਜਬੂਰ ਸੀ। ਉਹਨੇ ਦੂਜੀ ਵਾਰ ਫਿਰ ਕਹਿ ਦਿੱਤਾ। ਜਦੋਂ ਦੂਜੀ ਵਾਰ ਕਿਹਾ ਤੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਜਿਹੜੇ ਕਿ ਬਜ਼ੁਰਗ, ਉਹ ਵੀ ਮੇਰੀ ਉਮਰ ਦੇ ਹੀ ਨੇ, ਮੇਰੇ ਤੋਂ 2 ਸਾਲ ਵੱਡੇ ਹੀ ਨੇ, ਛੋਟੇ ਨਹੀਂ, ਤੇ ਉਹਨਾਂ ਨੇ ਫਿਰ ਜਿਹੜਾ ਸੀ ਇਹ ਗੱਲ ਕਹੀ ਕਿ ਜੇਕਰ ਚੰਡੂਨੀ ਇਹ ਫੈਸਲਾ ਵਾਪਸ ਨਹੀਂ ਲੈਂਦਾ ਤੇ ਜਿਸ ਤਰ੍ਹਾਂ ਦੂਸਰੀਆਂ ਪਾਰਟੀਆਂ ਨੂੰ ਪੰਜਾਬ 'ਚ ਝੰਡੀਆਂ, ਕਾਲੀਆਂ ਝੰਡੀਆਂ ਵਿਖਾਈਆਂ ਜਾਣੀਆਂ ਨੇ ਜਾ ਰਹੀਆਂ ਨੇ, ਇਸੇ ਤਰ੍ਹਾਂ ਇਹਨਾਂ ਨੂੰ ਵੀ ਕਾਲੀਆਂ ਝੰਡੀਆਂ ਵਿਖਾਈਆਂ ਜਾ ਰਹੀਆਂ ਜਾਣਗੀਆਂ। ਜਦੋਂ ਇਹਨਾਂ ਨੇ ਕੀਤਾ, ਇਹ ਪ੍ਰੋਗਰਾਮ ਕਰਤਾ, ਪਰ ਉਹਨਾਂ ਨੇ ਨਾ ਰਹੇ, ਪਾਰਟੀ ਬਣਾ ਲਈ। ਫਿਰ ਸਾਡੀ ਉਸ ਤੋਂ ਬਾਅਦ 15 ਜਨਵਰੀ ਨੂੰ ਮੀਟਿੰਗ ਸੀ। ਉਸ ਮੀਟਿੰਗ 'ਚ ਅਸੀਂ ਗਏ। ਅਸੀਂ ਉਸੇ ਹੀ ਕਜਾਰੀਆ ਹਾਊਸ ਦੇ ਵਿੱਚ 15 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਰੱਖੀ। ਉਹਦੇ ਵਿੱਚ ਸਰਦਾਰ ਬਲਬੀਰ ਸਿੰਘ ਰਾਜੇਵਾਲ ਤਾਂ ਨਹੀਂ ਗਏ ਜੀ, ਲੇਕਿਨ ਬਾਕੀ ਸਾਰੇ ਗਏ। ਉੱਥੇ ਫਿਰ ਬਹੁਤ ਵਿਚਾਰ ਚਰਚਾ ਹੋਈ। ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੀ ਉਹ ਸਰਕਾਰ ਨੇ ਸਾਡੇ ਨਾਲ ਚਿੱਠੀ ਭੇਜ ਕੇ ਗੱਲਬਾਤ ਮੰਨੀ ਸੀ ਵੀ ਇਹ ਬਾਕੀ ਰਹਿੰਦੀਆਂ ਮੰਗਾਂ ਵੀ ਮੰਨੀਆਂ ਜਾਣਗੀਆਂ। ਉੱਤੇ ਵਿਚਾਰ ਕੀਤਾ, ਦੱਸੋ ਭਈ ਕੀ ਹੋਇਆ। ਫਿਰ ਜਿਹੜੇ ਗੱਲਬਾਤ ਕਰਾ ਰਹੇ ਸੀ ਉਹਨਾਂ ਨੂੰ ਪੁੱਛਿਆ ਵੀ ਦੱਸੋ। ਉਹ ਤਾਂ ਜੀ ਬਾਹਾਂ ਖੜੀਆਂ ਕਰਕੇ ਉੱਥੇ ਕਹਿਣ ਲੱਗੇ ਸਾਡੀ ਤਾਂ ਸਰਕਾਰ ਹੁਣ ਗੱਲ ਹੀ ਨਹੀਂ ਸੁਣਦੀ। ਗੱਲ ਜੇ ਨਹੀਂ ਸੁਣਦੀ ਤਾਂ ਹੁਣ ਦੱਸੋ ਫਿਰ ਕੀ ਕਰਨਾ। ਉੱਥੇ ਗੱਲ ਸਿਰ ਵਿੱਚ ਚੱਲੀ ਵੀ ਹਰਿਆਣਾ ਸਰਕਾਰ ਨੇ ਕੁਝ ਕੇਸਾਂ ਤੇ ਤਾਂ ਕੰਡੀਸ਼ਨ ਲਾਤੀ ਹੈ ਤੇ ਬਾਕੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਪਰਚੇ ਕੈਂਸਲ ਕਰ ਦਿਆਂਗੇ। ਮੁਆਵਜ਼ੇ ਤੋਂ ਬਾਹਾਂ ਖੜੀਆਂ ਕਰ ਗਏ ਨੇ ਵੀ ਮੁਆਵਜ਼ਾ ਕੇਂਦਰ ਸਰਕਾਰ ਨੇ ਦੇਣਾ ਕਿ ਹਰਿਆਣਾ ਸਰਕਾਰ ਨੇ ਦੇਣਾ ਹੈ। ਇਹ ਜਿਨ੍ਹਾਂ ਨੇ ਤੁਸੀਂ ਸਮਝੌਤਾ ਕੀਤਾ ਸਾਨੂੰ ਉਹ ਚਿੱਠੀ ਲਿਆ ਕੇ ਦਿਓ। ਸੂਬਾ ਸਰਕਾਰਾਂ ਦੇ ਪਾਲੇ 'ਚ ਵੀ ਗੇਂਦ ਸੁੱਟੀ ਗਈ ਸੀ ਉਦੋਂ। ਹਾਂਜੀ, ਪਰ ਉਹ ਸੂਬਾ ਸਰਕਾਰਾਂ ਨੇ ਸੁੱਟੀ। ਪਰ ਉਹ ਜਿਹੜੇ ਗੱਲ ਕਰ ਰਹੇ ਸੀ ਉਹਨਾਂ ਨੂੰ ਪੁੱਛਿਆ, ਹਾਂ ਬਈ ਦੱਸੋ ਤੁਸੀਂ ਗੱਲ ਕੀਤੀ ਹੈ ਸਰਕਾਰ ਨਾਲ ਤੇ ਦੱਸੋ ਕੀ ਕੀਤਾ ਹੈ। ਉਹ ਤਾਂ ਜੀ ਫਿਰ ਕਹਿਣ ਲੱਗੇ ਜੀ ਅਸੀਂ ਕੀ ਦੱਸੀਏ ਵੀ ਸਾਡੀ ਤਾਂ ਹੁਣ ਸਰਕਾਰ ਗੱਲ ਹੀ ਨਹੀਂ ਸੁਣਦੀ। ਅੱਜ ਤੁਹਾਡੀ ਸਰਕਾਰ ਗੱਲ ਨਹੀਂ ਸੁਣਦੀ, ਉਧਰ ਤੁਸੀਂ ਕਾਹਲੇ ਪੈਸੇ, ਤੇ ਜੇ ਉਦੋਂ 10 ਦਿਨ ਹੋਰ ਰੁਕ ਜਾਂਦੇ, ਜੇ ਤੁਸੀਂ ਕਾਲ ਨਾ ਕਰਦੇ ਤੇ ਸਾਰਾ ਕੁਝ ਮੰਗਵਾ ਜਾਂਦੇ ਤੇ ਆਜ਼ਾਦ ਨਾ ਵੇਖਣਾ ਪੈਂਦਾ। ਫਿਰ ਯੂਪੀ ਵਾਲਿਆਂ ਨੇ ਸਾਨੂੰ ਘੇਰ ਲਿਆ ਤੇ ਗੱਲ ਕਰੋ ਤੁਸੀਂ। ਹੁਣ ਮੋਰਚਾ ਤੁਸੀਂ ਲਾਇਆ, ਅਸੀਂ ਤੇ ਪਹਿਲਾਂ ਜਿਹੋ ਜਿਹੇ ਸੀ ਉਹੋ ਜਿਹੇ ਸੀ ਜੀ, ਪਰ ਤੁਸੀਂ ਮੋਰਚਾ ਲਾਇਆ ਕਿਹਾ ਵੀ MSP ਜਿਹੜੀ ਆ ਪੂਰੇ ਦੇਸ਼ ਵਾਸਤੇ ਦੇ ਕਿਸਾਨਾਂ ਨੂੰ ਮਿਲਾਉਣ ਵਾਸਤੇ ਜਿਹੜਾ ਕਾਨੂੰਨੀ ਅਧਿਕਾਰ ਮਤਲਬ ਕਿ ਜਿਹੜਾ ਇਹਨੂੰ ਜਾਮਾ ਪਹਿਨਾਇਆ ਜਾਏਗਾ। ਹੁਣ ਤੁਸੀਂ ਦੱਸੋ ਵੀ MSP ਦਾ ਕੀ ਦਵਾਉਣੀ ਸੀ? ਸਾਡੇ ਕਿਸਾਨ ਗੱਡੀਆਂ ਥੱਲੇ ਦੜ ਕੇ ਕਤਲ ਕਰਵਾਏ ਗਏ ਜੀ, ਅਤੇ ਬਾਕੀ ਕਿਸਾਨ ਸਾਡੇ ਜਿਹੜੇ ਨੇ ਉਹ ਪਰਚਿਆਂ 'ਚ ਅੰਦਰ ਜਾ ਰਹੇ ਨੇ।
ਅਸੀਂ ਫਿਰ ਉੱਥੇ ਫੈਸਲਾ ਕੀਤਾ ਵੀ ਹੁਣ ਦੱਸੋ ਵੀ ਹੁਣ ਕੀ ਹੋਣਾ ਚਾਹੀਦਾ। ਇਹ ਵਿਚਾਰ ਚਰਚਾ ਹੋਣ ਤੋਂ ਬਾਅਦ ਫਿਰ ਸਭ ਇਹ ਗੱਲ ਹੋਈ ਕਿ ਇੱਕ ਜਿਹੜਾ ਰਕੇਸ਼ ਟਕੈਤ ਹੈ ਉਹ ਟਕੈਤ ਸਾਹਿਬ ਕਹਿਣ ਲੱਗੇ ਕਿ ਮੈਂ ਲਖੀਮਪੁਰ ਖੀਰੀ 21 ਤਰੀਕ ਤੋਂ ਜਾਵਾਂਗਾ ਔਰ ਉੱਥੇ ਜਾ ਕੇ ਪੀੜਤ ਪਰਿਵਾਰਾਂ ਨੂੰ ਮਿਲਾਂਗਾ, ਸਰਕਾਰ ਨੂੰ ਮਿਲਾਂਗਾ। ਜੇ ਉਹ ਸਾਡੇ ਬੰਦਿਆਂ ਨੂੰ ਛੱਡਦੇ ਨੇ ਠੀਕ ਹੈ, ਤੇ ਜੇ ਨਹੀਂ ਛੱਡਦੇ ਤੇ ਫਿਰ ਆਪਾਂ ਅਗਲਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਾਵੇ। ਸੋ ਅੱਜ ਵੀ ਉੱਥੇ ਗੱਲਬਾਤ ਚੱਲੀ ਸੀ, ਮੇਰੀ ਅੱਜ ਗੱਲ ਹੋ ਨਹੀਂ ਸਕੀ। ਸੋ ਉੱਥੇ ਅਸੀਂ 1 ਫਰਵਰੀ ਤੱਕ ਦਾ ਅਲਟੀਮੇਟਮ ਨਹੀਂ ਦਿੱਤਾ। ਜੇ ਸਰਕਾਰ ਨੇ 1 ਫਰਵਰੀ ਤੱਕ ਮੰਗਾਂ ਪ੍ਰਵਾਨ ਜਿਹੜੀਆਂ ਸਾਡੀਆਂ ਰਹਿੰਦੀਆਂ ਨਹੀਂ ਕਰਦੇ ਤੇ ਫਿਰ ਅਗਲਾ ਮੋਰਚਾ ਲੱਗ ਜਾਏਗਾ। ਗੁਰਨਾਮ ਸਿੰਘ ਛੜੋਨੀ ਹੋਰੀ ਕਹਿੰਦੇ ਆ ਕਿ ਜੇ ਸਿਆਸਤ ਦਾ ਗੰਦ ਹੁੰਜਣਾ ਤੇ ਸਾਨੂੰ ਸਿਆਸਤ 'ਚ ਹੀ ਕੁੱਦਣਾ ਪੈਣਾ, ਹੋਰ ਕੋਈ ਵਿਕਲਪ ਨਹੀਂ ਹੈ। ਦੇਖੋ ਬੀਬਾ ਜੀ, ਇੱਕ ਗੱਲ ਹੈ, ਜਿਹੜੇ ਪਹਿਲਾਂ ਦੇਸ਼ ਦੇ ਵਿੱਚ ਪਾਰਲੀਮੈਂਟ ਦੇ 70% ਪਾਰਲੀਮੈਂਟ ਮੈਂਬਰ ਜਿਹੜੇ ਉਹ ਕਿਸਾਨ ਨੇ, ਉਹਨਾਂ ਨੇ ਕੀ ਕੀਤਾ? ਅੱਜ ਮੈਂ ਪਾਰਲੀਮੈਂਟ ਮੈਂਬਰ ਬਣ ਜਾਂਦਾ, ਮੈਂ ਇੱਥੇ ਹੁਣ ਤਾਂ ਐਮਐਲਏ ਦੀਆਂ ਚੋਣਾਂ, ਵਿਧਾਨ ਸਭਾ ਦੀਆਂ ਚੋਣਾਂ, ਅਸੀਂ ਇੱਥੇ ਇਲੈਕਸ਼ਨਾਂ ਲੜਦੇ ਹਾਂ। ਸੂਬੇ ਦੇ ਵਿੱਚ ਸਾਡੀ, ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣ ਜਾਂਦੀ ਹੈ, ਅਸੀਂ ਸਾਰੇ ਜਿੱਤ ਜਾਂਦੇ। ਪਹਿਲੀ ਗੱਲ ਤੇ ਰਿਸਕ ਬੜਾ ਵੱਡਾ। ਮੰਨ ਲਓ ਅਸੀਂ ਜਿੱਤ ਗਏ, ਅਸੀਂ ਸਰਕਾਰ ਬਣਾ ਲਈ, ਜੇ ਕੇਂਦਰ ਦੇ ਇਸ਼ਾਰੇ ਤੇ ਨਾ ਚੱਲੇ ਤੇ ਕੀ ਸੂਬਾ ਸਰਕਾਰ ਚੱਲੇਗੀ? ਬਿਲਕੁਲ ਨਹੀਂ। ਤੇ ਫਿਰ ਕੀ ਫਾਇਦਾ? ਸਾਡਾ ਜਿਹੜਾ ਟਾਰਗੇਟ ਸੀ 2024 ਸੀ, ਭਈ 2024 ਨੂੰ ਪਾਰਲੀਮੈਂਟ ਦੇ ਵਿੱਚ ਜਿਹੜਾ ਉੱਥੇ ਬਦਲ ਲਿਆਓ। ਜਿੰਨਾ ਚਿਰ ਪਾਰਲੀਮੈਂਟ 'ਚ ਕੋਈ ਬਦਲ ਨਹੀਂ ਆਉਂਦਾ, ਉਹਨਾਂ ਚਿਰ ਸੂਬੇ ਦੇ ਵਿੱਚ ਇਲੈਕਸ਼ਨ ਲੜਨ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਊਗਾ, ਸੂਬਾ ਸਰਕਾਰਾਂ ਬਣਾਉਣ ਦਾ ਕੋਈ ਫਾਇਦਾ ਨਹੀਂ ਉਸ ਤੋਂ ਬਾਅਦ। ਪਰ ਇੱਕ ਗੱਲ ਨਾਲ ਇਹ ਵੀ ਹੈ ਕਿ ਜੇ ਤਾਂ ਅਸੀਂ ਪ੍ਰੈਸ਼ਰ ਗਰੁੱਪ ਰੱਖਾਂਗੇ ਤੇ ਫਿਰ ਤੇ ਸਰਕਾਰਾਂ ਕਿਸੇ ਨੂੰ, ਜੋ ਸਰਕਾਰਾਂ ਸਹੀ ਚੱਲਣਗੀਆਂ। ਪਰ ਇਹ ਬਾਈ ਇਹ ਵੀ ਕਹਿੰਦੇ ਨੇ ਵੀ ਅਸੀਂ ਪ੍ਰੈਸ਼ਰ ਗਰੁੱਪ ਵਜੋਂ ਵੀ ਕੰਮ ਕਰਨਾ, ਅਸੀਂ ਸਰਕਾਰ ਦੀ ਖਿਲਾਫੀਅਤ ਵੀ ਕਰਨੀ ਹੈ ਜਿੱਥੇ ਗਲਤ ਨੀਤੀਆਂ ਹੋਈਆਂ। ਪਰ ਸਿਰਸਾ ਸਾਹਿਬ, ਜਦੋਂ ਅਸੀਂ ਉਸੇ ਕੈਟਾਗਰੀ 'ਚ ਬਹਿ ਗਏ ਫਿਰ ਅਸੀਂ ਕਿਸੇ ਦਾ ਵਿਰੋਧ ਕਿੱਦਾਂ ਕਰ ਸਕਦੇ? ਤੇ ਬੀਬਾ ਜੀ, ਫਿਰ ਉਹ ਦਿਨ ਫੈਸਲਾ ਕਰਕੇ ਇਹਨਾਂ ਨੂੰ ਮੋਰਚੇ 'ਚੋਂ ਬਾਹਰ ਕੀਤਾ ਗਿਆ ਹੈ। ਇਸੇ ਕਰਕੇ ਕੀਤਾ ਹੈ। 4 ਮਹੀਨੇ ਲਈ ਸਸਪੈਂਡ ਕੀਤਾ ਗਿਆ ਕਿ ਹਮੇਸ਼ਾ ਲਈ? ਨਹੀਂ, ਇਹ ਤੇ ਵੇਖੋ 4 ਮਹੀਨਿਆਂ ਬਾਅਦ ਤੇ ਵਿਚਾਰ ਹੋਏਗੀ ਵੀ ਕੌਣ, ਕਿਸ ਬੰਦੇ ਨੇ ਕੀ ਕੀਤਾ ਹੈ, ਤੇ ਉਹ ਫੈਸਲਾ ਫਿਰ ਵਿਚਾਰ ਹੋਵੇਗੀ। ਇਹ ਥੋੜਾ ਵੀ 4 ਮਹੀਨਿਆਂ ਬਾਅਦ ਇਹਨਾਂ ਨੂੰ ਵਿੱਚ ਹੀ ਲਿਆ ਜਾਊਗਾ। 4 ਮਹੀਨਿਆਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਵੇਗੀ ਔਰ ਇਹ ਬੰਦੇ ਸਾਡੇ ਤੱਕ ਮੁੜ ਕੇ ਪਹੁੰਚ ਕਰਦੇ ਆ ਕਿ ਨਹੀਂ ਕਰਦੇ ਤੇ ਸੰਯੁਕਤ ਮੋਰਚੇ 'ਚ ਜੇ ਸੰਯੁਕਤ ਐਸਕੇਐਮ ਦੇ ਵਿੱਚ ਇਹ ਕਹਿਣਗੇ ਵੀ ਅਸੀਂ ਜੋ ਪਿੱਛੇ ਕੀਤਾ ਉਹ ਗਲਤ ਹੈ, ਅੱਗੇ ਤੋਂ ਅਸੀਂ ਨਹੀਂ ਕਰਾਂਗੇ, ਤੇ ਫਿਰ ਉੱਤੇ ਵਿਚਾਰ ਹੋਊਗੀ। ਇਹ ਨਹੀਂ ਹੈਗਾ ਕਿ ਇਹ ਇਲੈਕਸ਼ਨ ਵੀ ਲੜ ਲਓ ਤੇ ਮਗਰੋਂ ਆ ਵੀ ਜਾਓ, ਤੇ ਮਗਰੋਂ ਤੁਸੀਂ ਉਧਰ ਪ੍ਰੈਸ਼ਰ ਗਰੁੱਪ 'ਚ ਵੀ ਆ ਜਾਓ। ਦੋ ਗੱਲਾਂ ਨਹੀਂ ਹੋਣਗੀਆਂ। ਜੇ ਪਹਿਲੇ ਜਿਹੜੇ ਰਾਜਨੀਤਿਕ ਨੇ ਉਹ ਵਿਦੇਸ਼ੀ ਨਹੀਂ ਗਏ, ਉਹ ਵੀ ਸਾਡੇ ਦੇਸ਼ ਦੇ ਆ, ਉਹ ਵੀ ਸਾਡੇ ਵਿੱਚੋਂ ਹੀ ਨੇ। ਅਸੀਂ ਲੋਕ ਉਹਨਾਂ ਨੂੰ ਚੁਣਦੇ ਰਹੇ ਆ ਔਰ ਰਾਜੇਵਾਲ ਸਾਹਿਬ ਨੇ ਤਾਂ ਬੜਾ ਸਪਸ਼ਟ ਕਹਿਤਾ ਕਿ ਅਸੀਂ ਅਕਾਲੀਆਂ ਨੂੰ ਵੀ ਵੋਟਾਂ ਪਾਈਆਂ, ਅਸੀਂ ਕਾਂਗਰਸ ਨੂੰ ਵੀ ਇੱਕ ਵਾਰ ਜਿਤਾਇਆ। ਫਿਰ ਉਹ ਕਹਿੰਦੇ ਨੇ ਕਿ ਅਸੀਂ ਪਿਛਲੀ ਵਾਰੀ ਜਿਹੜੀ ਆ ਆਪ ਪਾਰਟੀ ਦੀ ਵੀ ਅਸੀਂ ਸਪੋਰਟ ਕੀਤੀ। ਇਹ ਗੱਲਾਂ ਉਹਨਾਂ ਸਪਸ਼ਟ ਕਹਿਤੀ ਤੇ ਫਿਰ ਇਹ ਆ ਵੀ ਜੇ ਉਹ ਸਾਡੇ ਸੀ ਤਾਂ ਹੀ ਨਾ, ਤਾਂ ਹੀ ਪਾਉਂਦੇ ਰਹੇ ਨਾ। ਤੇ ਇਹਦਾ ਮਤਲਬ ਇਹ ਵੀ ਉਹ ਰਾਜਨੀਤੀ ਚਲੇ ਗਏ, ਉਹ ਬਹੁਤ ਮਾੜੇ ਹੋ ਗਏ। ਅਸੀਂ ਜਿਹੜੇ ਆ, ਅਸੀਂ ਕਿਸਾਨਾਂ ਦੀ ਗੱਲ ਕਰੀਏ ਤੇ ਨਾਲ ਰਾਜਨੀਤੀ ਵੀ ਕਰੀਏ ਤੇ ਅਸੀਂ ਉਹਨਾਂ ਨਾਲੋਂ ਚੰਗੇ। ਇਹ ਕਿਵੇਂ ਹੋ ਸਕਦਾ? ਦੋ ਗੱਲਾਂ ਨਹੀਂ ਹੋ ਸਕਦੀਆਂ। ਇਹ ਬੜਾ ਸਪਸ਼ਟ ਹੈ ਕਿ ਜਿਨੇ ਕਿਸਾਨੀ ਅੰਦੋਲਨ ਲੜਨੇ ਆ, ਜਿਹੜਾ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰੇਗਾ, ਉਹ ਰਾਜਨੀਤੀ ਦੇ ਖਿਲਾਫ ਬੋਲੇਗਾ ਹੀ ਬੋਲੇਗਾ। ਤੇ ਇਹ ਜਿਹੜੇ ਰਾਜਨੀਤਿਕ, ਜਿਹੜੇ ਸਾਡੇ ਬੰਦੇ ਵਿੱਚੋਂ ਰਾਜਨੀਤੀ ਚੱਲ ਜਾਂਦੇ ਨੇ, ਇਹ ਐਮਐਲਏ ਬਣ ਜਾਂਦੇ ਆ, ਮੰਤਰੀ ਬਣ ਜਾਂਦੇ ਆ, ਮੁੱਖ ਮੰਤਰੀ ਬਣ ਜਾਂਦੇ ਆ। ਕੀ ਗਰੰਟੀ ਹੈ ਕਿ ਇਹ ਮੁੜ ਕੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਨਹੀਂ ਕਰਨਗੇ ਤੇ ਇਹ ਕਾਰਪੋਰੇਟ ਘਰਾਣਿਆਂ ਦੇ ਆ ਹੁਣੀ ਵੇਖੋ ਕਿਸ ਤਰ੍ਹਾਂ ਚੱਲਣ ਦਿਆ, ਰੌਲਾ ਪੈ ਰਿਹਾ ਨਾ, ਟਿਕਟਾਂ ਦਾ ਕਿਵੇਂ ਰੌਲਾ ਪੈ ਰਿਹਾ। ਫਲਾਣੇ ਅੱਜ ਹੀ ਮੈਂ ਸਾਰਾ ਉੱਥੇ ਗੱਲ ਚੱਲ ਰਹੀ ਸੀ, ਆ ਜਿਹੜੀ ਮਜੀਠੇ ਤੋਂ ਜਿਹੜੀ ਟਿਕਟ ਦਿੱਤੀ ਗਈ, ਮੇਰਾ ਬੋਲਣਾ ਫਰਜ਼ ਨਹੀਂ ਬਣਦਾ, ਪਰ ਲੋਕਾਂ ਦੀਆਂ ਗੱਲਾਂ ਆ ਰਹੀਆਂ ਨੇ, ਲੋਕ ਸਾਡੇ ਤੇ ਸਵਾਲ ਕਰ ਰਹੇ ਨੇ। ਜਦੋਂ ਸਾਡੇ ਤੇ ਸਵਾਲ ਕਰਦੇ ਆ ਤੇ ਫਿਰ ਅਸੀਂ ਆਪਣਾ ਸਪਸ਼ਟੀਕਰਨ ਤੇ ਦੇਣਾ ਹੈ। ਹੁਣ ਜਿਹੜਾ ਮਜੀਠੇ ਤੋਂ ਬੰਦਾ ਖਲੋਤਾ, ਜਿਹਨੂੰ ਸੰਯੁਕਤ ਸਮਾਜ ਮੋਰਚੇ ਨੇ ਟਿਕਟ ਦਿੱਤੀ ਆ, ਇਹ ਬੰਦਾ ਬੀਜੇਪੀ ਦਾ ਕੈਂਡੀਡੇਟ ਸੀ। ਬੀਜੇਪੀ ਤੋਂ ਟਿਕਟ, ਉਧਰੋਂ ਉਮੀਦਵਾਰ ਸੀ, ਉਧਰ ਉਸ ਪਾਰਟੀ ਦਾ ਉਧਰ ਐਪਲੀਕੇਸ਼ਨ ਸੀ, ਉਧਰੋਂ ਟਿਕਟ ਨਹੀਂ ਮਿਲੀ ਤੇ ਸੰਯੁਕਤ ਸਮਾਜ ਮੋਰਚੇ ਚੋਂ ਟਿਕਟ ਲੈ ਲਿਆ। ਫਿਰ ਰਲੀਆਂ ਭੁਗਤੀਆਂ ਵਾਲੀਆਂ ਉਂਗਲਾਂ ਤੇ ਫਿਰ ਸਾਰਿਆਂ ਤੇ ਹੀ ਉੱਠਦੀਆਂ ਨਾ, ਤੇ ਸਾਰਿਆਂ ਤੋਂ ਉੱਠਦੀਆਂ। ਤੇ ਫਿਰ ਇਹ ਬੰਦੇ ਜਿਹੜੇ ਅੱਜ ਟਿਕਟਾਂ ਵੰਡ ਰਹੇ ਨੇ, ਅੱਜ ਜਿਹੜੇ ਬੰਦੇ ਬੀਜੇਪੀ ਚੋਂ ਟਿਕਟ ਨਹੀਂ ਮਿਲੀ,
ਉਹ ਜਾ ਕੇ ਤੇ ਇਧਰ ਲੈ ਗਏ। ਜਿਹੜੇ ਕਾਂਗਰਸ ਦੇ ਵਿੱਚੋਂ ਟਿਕਟ ਨਹੀਂ ਮਿਲੀ ਉਸ ਸੰਯੁਕਤ ਸਮਾਜ ਮੋਰਚੇ ਚੋਂ ਟਿਕਟਾਂ ਲੈ ਗਏ। ਤੇ ਇਹ ਬੰਦੇ ਜਿਹੜੇ ਅੱਜ ਜਰਾ ਸਾਰਾ ਕੁਝ ਇਹ ਜਿਸ ਤਰ੍ਹਾਂ ਹੋ ਰਿਹਾ ਤੇ ਕੀ ਇਹ ਤੇ ਵਿਚਾਰ ਨਾ ਹੋਊਗੀ? ਬੇਸ਼ੱਕ ਸਰਸੇ ਦੇ ਨਾਲ ਜੋ ਮਰਜ਼ੀ ਕਰਨ, ਹੋ ਸਕਦਾ ਮੀਟਿੰਗਾਂ ਦੇ ਵਿੱਚ ਸਵਾਲ ਉੱਠੇਗਾ ਵੀ ਤੁਸੀਂ ਆ ਕੇ ਬੋਲੇ, ਪਰ ਸੱਚ ਬੋਲਣ ਤੋਂ ਗਰੇਜ ਨਹੀਂ ਕਰਾਂਗੇ ਕੋਈ ਵੀ। ਅੱਜ ਚਾਹੇ ਉਹ ਸਰਦਾਰ ਬਲਵੀਰ ਸਿੰਘ ਰਾਜੇਵਾਲ ਹੈ ਤੇ ਜਾਂ ਕੋਈ ਹੋਰ ਹੈ, ਤੇ ਇਹ ਚਾਹੇ ਉਹ ਜਗਜੀਤ ਸਿੰਘ ਡੱਲੇਵਾਲ ਕਿਉਂ ਨਾ ਹੋਵੇ, ਕੋਈ ਵੀ ਹੋਵੇ, ਜੇ ਰਕੇਸ਼ ਸ਼ਿਕਾਇਤ ਵੀ ਜੇ ਕਰੇਗਾ ਤੇ ਉਹਦੇ ਖਿਲਾਫ ਇਸੇ ਤਰ੍ਹਾਂ ਹੀ ਬੋਲਾਂਗੇ ਵੀ ਆ ਨੇ ਕੀਤਾ ਜੀ। ਇਸ ਕਰਕੇ ਇਹ ਜਿਹੜਾ ਸੰਯੁਕਤ ਸਮਾਜ ਮੋਰਚਾ ਬਣਿਆ, ਇਹ ਸਾਨੂੰ ਨਹੀਂ ਸਮਝ ਆਈ ਵੀ ਇਹ ਇੰਨੀ ਛੇਤੀ ਕਾਹਲੇ ਕਿਉਂ ਪੈ ਗਏ। ਉੱਥੋਂ ਹੀ ਪਹਿਲਾਂ ਛੇਤੀ ਆ ਰਹੇ ਸੀ। ਇਸ ਕਰਕੇ ਬੀਬਾ ਜੀ ਤੁਸੀਂ ਕਿਹਾ ਵੀ ਤੁਸੀਂ ਕਾਹਲੇ ਪੈ ਗਏ ਵੀ ਰਾਜਨੀਤਿਕ ਨੂੰ ਦੂਰ ਰਹੇ। ਬਲਦੇਵ ਸਿੰਘ ਸਰਸਾ, ਸਰਦਾਰ ਜਗਜੀਤ ਸਿੰਘ ਡੱਲੇਵਾਲ, ਇਸੇ ਤਰ੍ਹਾਂ ਸਰਜੀਤ ਸਿੰਘ ਫੂਲ ਹੈ, ਸੁਖਪਾਲ ਸਿੰਘ ਡੱਫਰ ਹੈ, ਇਸੇ ਤਰ੍ਹਾਂ ਹਰਪਾਲ ਸਿੰਘ ਸੰਘਾ ਹੈ, ਤੇ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਸਾਡੀਆਂ ਜਿਹੜੀਆਂ ਨਵੇਂ ਮਤਲਬ ਕਿ ਜਿਹੜੀਆਂ ਇਹਦੇ ਵਿੱਚ ਸਾਡੇ ਨਾਲ ਨੇ ਤੇ ਮੈਂ ਵਿਰੁੱਧ ਨੇ। ਆ ਜਿਹੜੀ ਸਾਡੀ ਹੁਣ ਬਰਨਾਲੇ ਮੀਟਿੰਗ ਹੋਈ ਹੈ, ਜਿਹ 'ਚ ਅਸੀਂ 31 ਤਰੀਕ ਨੂੰ ਜਿਹੜਾ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਪੁਤਲੇ ਸਾੜਨ ਦਾ ਪ੍ਰੋਗਰਾਮ, ਉੱਥੇ ਮੀਟਿੰਗ ਹੋਈ ਸਾਡੀ ਉਲੀਕਿਆ, ਉਹ 'ਚ ਮੀਟਿੰਗਾਂ ਸਾਡੀਆਂ ਕੀਤੀਆਂ ਗਈਆਂ ਨੇ, ਅੱਗੇ ਵੀ ਅਸੀਂ ਰੱਖਿਆ ਹੈ। ਸੋ ਸਾਡੀਆਂ 17-18 ਜਥੇਬੰਦੀਆਂ ਜਿਹੜੀਆਂ ਉਹ ਸਾਡੀਆਂ ਵਿੱਚ ਸੀ। ਔਰ ਜਦੋਂ ਸਾਨੂੰ ਹਰਿਆਣੇ ਵਾਲਿਆਂ ਦੇ ਮੈਨੂੰ ਉਹਨਾਂ ਨੇ ਜੁਮ ਤੇ ਲਿਆ ਕੇ ਤੇ ਉਹਨਾਂ ਨੇ ਮੀਟਿੰਗ ਕੀਤੀ ਵੀ ਤੁਸੀਂ ਪੰਜਾਬ ਵਾਲਿਓ ਸਾਡੇ ਨਾਲ ਕੀ ਕੀਤਾ। ਉਹ ਸਵਾਲ ਤੇ ਉੱਠਦੇ ਨੇ, ਹੁਣ ਸਾਰਿਆਂ ਨੂੰ ਤੇ ਵਿਚਾਰਿਆਂ ਨੂੰ ਪਤਾ ਨਹੀਂ। ਹੁਣ ਜਿਸ ਤਰ੍ਹਾਂ ਤੁਸੀਂ ਵੀ ਮੈਨੂੰ ਕਹਿ ਦਿੱਤਾ ਵੀ ਤੁਸੀਂ ਤਾਂ ਕਹਿੰਦੇ ਹੋ ਵੀ ਅਸੀਂ ਜਾਂਦੇ ਨਹੀਂ, ਪਰ ਜਿੰਨਾ ਚਿਰ ਅਸੀਂ ਆਪਣਾ ਸਪਸ਼ਟੀਕਰਨ ਨਹੀਂ ਦੇਵਾਂਗੇ ਤੇ ਉਹਨਾਂ ਚਿਰ ਤੇ ਇਹੋ ਹੀ ਆ ਨਾ ਵੀ ਸੰਯੁਕਤ ਜਿਹੜੇ ਪੰਜਾਬ ਦੀਆਂ 32 ਜਥੇਬੰਦੀਆਂ ਨੇ ਇਹ ਸਾਰੀਆਂ ਇਲੈਕਸ਼ਨ ਲੜ ਰਹੀਆਂ। ਸੋ ਬੇਟਾ ਜੀ ਸਾਰੇ ਇਲੈਕਸ਼ਨ ਨਹੀਂ ਲੜ ਰਹੇ ਜੀ, ਹਾਂ ਉਹੀ ਲੜ ਰਹੇ ਨੇ, ਪਰ ਉਹਨਾਂ ਨੂੰ ਸੰਯੁਕਤ ਮੋਰਚੇ ਚੋਂ ਬਾਹਰ। ਸਿਰਸਾ ਸਾਹਿਬ ਗੱਲ ਪੰਜਾਬ ਦੀ ਪੋਲਿਟਿਕਸ ਦੀ ਕਰਦੇ ਆ, ਬਾਬੇ ਬੋੜ ਪ੍ਰਕਾਸ਼ ਸਿੰਘ ਬਾਦਲ ਦੀ ਕਰਦੇ ਆ। 96 ਸਾਲ ਦੀ ਉਮਰ ਆ, ਫਿਰ ਐਲਾਨ ਕਰਤਾ ਵੀ ਮੈਂ ਲੰਬੀ ਤੋਂ ਚੋਣ ਲੜਨੀ ਆ। ਠੂਣੀਆਂ ਦੇ ਕੇ ਲਈ ਫਿਰਦੇ ਨੇ ਬਾਬੇ ਨੂੰ ਸਟੇਜਾਂ ਤੇ। ਤੁਹਾਨੂੰ ਨਹੀਂ ਲੱਗਦਾ ਵੀ ਬਣੀ ਬਣਾਈ ਇੱਜ਼ਤ ਲੈ ਕੇ ਹੁਣ ਲਾਂਭੇ ਹੋ ਕੇ ਬਹਿ ਜਾਣਾ ਚਾਹੀਦਾ? ਬੇਟਾ ਜੀ ਜੇ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੋਗੇ ਨਾ ਤੇ ਬਹੁਤ ਲੰਬਾ ਸਮਾਂ ਲੱਗ ਜਾਏਗਾ। ਇਹਦੇ ਬਾਰੇ ਤੇ ਜੇ ਕਿਤੇ ਪੁੱਛਣਾ ਹੋਵੇ ਨਾ ਤੇ ਜੇ ਗੱਲਬਾਤ ਕਰਨੀ ਹੋਵੇ ਤੇ ਘੱਟ ਤੋਂ ਘੱਟ ਮੇਰਾ ਖਿਆਲ ਹੈ ਕਿ ਜ਼ਿਆਦਾ ਨਹੀਂ ਤਾਂ 2 ਘੰਟੇ ਟਾਈਮ ਤਾਂ ਚਾਹੀਦਾ। ਗਾਗਰ ਚ ਸਾਗਰ ਭਰ ਕੇ ਦੱਸ ਦਿਓ ਕਿ ਬਾਦਲ ਸਾਹਿਬ ਨੂੰ ਚੋਣ ਲੜਨੀ ਚਾਹੀਦੀ ਲੰਬੀ ਤੋਂ। ਬਾਦਲ ਸਾਹਿਬ ਇਹ ਚਾਹੁੰਦਾ ਕਿ ਮੇਰੇ ਜਿਉਂਦਿਆਂ ਉਹ ਆਪਣੇ ਪੁੱਤ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦਾ। ਬੀਬੀ ਸੁਰਿੰਦਰ ਕੌਰ ਬਾਦਲ ਜਿਹੜੀ ਆ ਉਹ ਮੁੱਖ ਮੰਤਰੀ ਵੇਖਣਾ ਚਾਹੁੰਦੀ ਸੀ, ਲੇਕਿਨ ਨਹੀਂ ਵੇਖ ਸਕਦੀ, ਇਹ ਸੰਸਾਰ ਤੋਂ ਚਲੀ ਗਈ। ਤੇ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਆਪੇ ਆਪਣੇ ਜਿਉਂਦਿਆਂ ਮੈਂ ਇਹਨੂੰ ਇੱਕ ਵਾਰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਦਿਆਂ, ਪਰ ਲੋਕ ਨਹੀਂ ਚਾਹੁੰਦੇ। ਜਿਸ ਕਰਕੇ ਉਹਦਾ ਜੇ ਸਿੱਕਾ ਚੱਲਦਾ ਹੈ ਤੇ ਉਹਨੂੰ ਦੁਬਾਰਾ ਫੇਰ ਜਿਹੜਾ ਕਰਾਤਾ, ਲੇਕਿਨ ਉਹਦੀ ਜਿਹੜੀ ਆਸ ਹੈ ਉਹ ਪੂਰੀ ਨਹੀਂ ਹੋਣੀ, ਕਿਉਂਕਿ ਸੁਖਬੀਰ ਬਾਦਲ ਜਿਹੜਾ ਹੈ ਉਹ ਕਿੰਨਾ ਕੁ ਸਿਆਣਾ ਬੰਦਾ ਹੈ। ਉਹ ਦੇਖੋ ਕਿ ਸਟੇਜ ਦੇ ਉੱਤੇ ਬੋਲਦਿਆਂ ਕਿਸ ਤਰ੍ਹਾਂ ਬੋਲਦਾ ਹੈ, ਕਿੰਨੀ ਹਾਸੋਹੀਣੀ ਗੱਲ ਹੈ, ਸ਼ਰਮ ਆਉਂਦੀ ਗੱਲ ਕਰਦੇ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੇਰੇ ਪਿਤਾ ਸਨ। ਜਦੋਂ ਦੂਜੀ ਵਾਰ ਕਿਹਾ, ਤੀਜੀ ਵਾਰ ਕਹਿਣ ਲੱਗਾ ਤੇ ਉਹਨੂੰ ਜਾ ਕੇ ਕਹਿਣਾ ਪਿਆ ਮੈਂ ਤੇਰਾ ਪਿਤਾ ਮੈਂ ਹੀ ਹਾਂ, ਮੈਂ ਤੇਰਾ ਪਿਤਾ ਹੀ ਹਾਂ। ਸੋ ਉਹੋ ਜਿਹੇ ਬੰਦੇ ਨੂੰ ਉਹ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਬਿਠਾਉਣਾ ਚਾਹੁੰਦਾ ਹੈ, ਲੋਕ ਨਹੀਂ ਚਾਹੁੰਦੇ। ਔਰ ਇਹਨਾਂ ਨੇ ਜੋ ਹੁਣ ਤੱਕ ਇਹ ਪੰਥ ਦੇ ਨਾਂ ਤੇ ਵੋਟਾਂ ਲਈਆਂ, ਕਿਸਾਨੀ ਦੇ ਨਾਂ ਤੇ ਵੋਟਾਂ ਲਈਆਂ, ਇਹਨਾਂ ਨੇ ਬੀਜੇਪੀ ਦੇ ਨਾਲ ਵੀ ਸਾਂਝ ਪਾਈ, ਬਹੁਤ ਕੁਝ ਕੀਤਾ। ਅੱਜ ਇਹਨਾਂ ਨੇ ਇੱਥੋਂ ਤੱਕ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਜਿਹੜੇ ਅੱਜ ਬੀਜੇਪੀ ਦੇ ਵਿੱਚ ਜਾ ਰਹੇ ਨੇ ਲੋਕ, ਇਹ ਗੁਰੂ ਨੂੰ ਬਦਾਵਾ ਦੇ ਕੇ ਜਾ ਰਹੇ ਨੇ। ਇਹ ਸ਼੍ਰੋਮਣੀ ਕਮੇਟੀ ਦੇ ਉੱਤੇ ਕਾਬਜ਼ ਰਹਿਣ ਕਰਕੇ ਸ਼੍ਰੋਮਣੀ ਕਮੇਟੀ ਸੈਮੀ ਸਰਕਾਰ ਹੈ। ਪੰਥ ਦੇ ਨਾਂ ਦੇ ਉੱਤੇ ਵੋਟਾਂ ਲੈ ਕੇ ਤੇ ਇਹਨਾਂ ਨੇ ਜਿਸ ਤਰ੍ਹਾਂ ਅਕਾਲ ਤਖਤ ਦੇ ਜਥੇਦਾਰ, ਗ੍ਰੰਥੀਆਂ, ਧਰਮ ਦੇ ਨਾਂ ਦੇ ਉੱਤੇ ਨਾਲ ਇੱਧਰ ਚਲਾ ਕੇ ਤੇ ਉਧਰ ਕਿਸਾਨੀ ਦਾ ਬੁਰਕਾ ਪਾ ਕੇ ਤੇ ਇਹਨੇ ਹੁਣ ਤੱਕ ਜਿਹੜਾ ਉਹ ਲੋਕਾਂ ਨੂੰ ਬਲੈਕਮੇਲ ਕੀਤਾ। ਪਰ ਲੋਕ ਹੁਣ ਇਸ ਜਿਹੜਾ ਕਿਸਾਨ ਅੰਦੋਲਨ ਸੀ ਇਹਨਾਂ ਦੇ ਸਾਰੇ ਪਰਦੇ ਪਾਸ ਕਰਤੇ ਆ ਤੇ ਇਸ ਕਰਕੇ ਉਹਨੂੰ ਦੁਬਾਰਾ ਜਿਹੜਾ ਉਹ ਫੇਰ ਜਿਹੜਾ ਇਲੈਕਸ਼ਨ ਦੇ ਵਿੱਚ ਉਹਨੂੰ ਲਿਆਂਦਾ, ਕਿਉਂਕਿ ਸੁਖਬੀਰ ਨੂੰ ਉਹ ਮੁੱਖ ਮੰਤਰੀ ਵੇਖਣਾ ਚਾਹੁੰਦਾ, ਹੋਰ ਕੁਝ ਨਹੀਂ। 1 ਜੂਨ 2015 ਨੂੰ ਬੇਅਦਬੀ ਦੀ ਘਟਨਾ ਵਾਪਰਦੀ ਆ, ਫਿਰ ਗੋਲੀ ਕਾਂਡ ਹੁੰਦਾ, ਫਿਰ ਇਹ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬੈਕਫੁੱਟ ਤੇ ਜਾਂਦੀ ਹੈ ਤੇ 2017 ਦੀਆਂ ਚੋਣਾਂ ਹਾਰ ਦਿੰਦੀ ਆ। ਕਾਂਗਰਸ ਆਉਂਦੀ ਆ,
ਉਹ ਲੋਕਾਂ ਨੂੰ ਭਰੋਸਾ ਦਿੰਦੀ ਹੈ ਕਿ ਅਸੀਂ ਤੁਹਾਨੂੰ ਇਨਸਾਫ ਦੇਵਾਂਗੇ, ਸੱਤਾ ਚ ਆਉਂਦੀ ਆ, ਇੱਕ 4.5 ਸਾਲ ਨਿਕਲਦਾ ਨਹੀਂ, ਦੂਜਾ ਆਉਂਦਾ ਐਲਾਨ ਤੇ ਐਲਾਨ ਕਰੀ ਜਾਂਦਾ, ਤੀਜਾ ਆਉਂਦਾ ਉਹਦੀ ਕਿਸੇ ਨਾਲ ਬਣਦੀ ਨਹੀਂ। ਤੇ ਲੋਕ ਇਹਨਾਂ ਰਵਾਇਤੀ ਪਾਰਟੀਆਂ ਤੋਂ ਖਹਿੜਾ ਛਡਾਉਣਾ ਚਾਹੁੰਦੇ ਨੇ, ਪਰ ਇਹਨਾਂ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਨੇ ਕਿ ਬਾਰ-ਬਾਰ ਅਦਲਾ ਬਦਲੀ ਕਰਕੇ ਹੀ ਸਰਕਾਰਾਂ ਆਈ ਜਾ ਰਹੀਆਂ ਨੇ। ਦੇਖੋ ਬਿਲਕੁਲ ਤੁਹਾਡੀ ਗੱਲ ਬੇਟਾ ਠੀਕ ਹੈ ਬੀਬਾ ਜੀ, ਵਿਚਾਰਨ ਵਾਲੀ ਗੱਲ ਇਹ ਆ ਕਿ ਅਸੀਂ ਅੱਜ ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ, ਤੁਸੀਂ ਗੱਲ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਹੈ ਜੀ, 2015 ਦੀ ਕੀਤੀ ਹੈ, ਔਰ 2015 ਦੇ ਵਿੱਚ ਇਹਨਾਂ ਦੀ ਸਰਕਾਰ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਜਾਣਾ, ਪੱਤਰਾ ਕਰਕੇ ਗਲੀਆਂ 'ਚ ਖਿਲਾਰਿਆ ਜਾਣਾ, ਜੀ, ਇੰਨੀ ਬੇਅਦਬੀ ਹੋਣੀ ਤੇ ਫਿਰ ਉਹ ਦੋਸ਼ੀ ਫੜੇ ਨਾ ਜਾਣੇ, ਤੇ ਜੇ ਦੋਸ਼ੀਆਂ ਨੂੰ ਮਤਲਬ ਕਿ ਗ੍ਰਿਫਤਾਰ ਕਰਾਉਣ ਵਾਸਤੇ ਆਵਾਜ਼ ਉਠਾਉਣੀ, ਲੋਕਾਂ ਨੇ ਇਕੱਠਿਆਂ ਹੋਏ ਕਰਨਾ ਤੇ ਉਹਨਾਂ ਤੇ ਗੋਲੀਆਂ ਚਲਾਈਆਂ ਜਾਣੀਆਂ, ਫਿਰ ਪਰਚੇ ਵੀ ਉਹਨਾਂ ਤੇ ਕੀਤੇ ਜਾਣੇ, ਇੰਨਾ ਅਨਰਥ। ਤੇ ਫਿਰ ਜਿਹੜੇ ਆ ਉਹ ਕਹਿਣ ਕਿ ਅਸੀਂ ਪੰਥਕ, ਇਹ ਜਿਹੜਾ ਅੱਜ ਅਸੀਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਿਧਾਂਤ ਨੂੰ ਛੱਡ ਗਏ ਤੇ ਅਸੀਂ ਜੁੜ ਗਏ ਬੰਦਿਆਂ ਨਾਲ। ਜੀ, ਉਹ ਬੰਦੇ ਲੈ ਜਾਣ ਸਾਨੂੰ ਠੱਠੇ ਖੂਹ ਦੇ ਵਿੱਚ, ਅਸੀਂ ਪਿੱਛੇ ਹਟਣ ਨੂੰ ਤਿਆਰ ਨਹੀਂ। ਅੱਜ ਵੀ ਤੁਸੀਂ ਦੇਖੋ ਕਿ ਜਿਹੜਾ ਕਿਸਾਨ ਅੰਦੋਲਨ ਚੱਲਿਆ ਉਹਦੇ ਵਿੱਚ ਕੀ ਕੁਝ ਹੋਇਆ, ਇਹਨਾਂ ਲੋਕਾਂ ਨੇ ਕੀ ਕੀਤਾ, ਇਹਨਾਂ ਨੇ ਤਾਂ ਪਹਿਲਾਂ ਕਾਨੂੰਨ ਬਣਾਉਣ ਦੇ ਵਿੱਚ ਇਹ ਨਾਲ ਉਹਨਾਂ ਦੇ ਨਾਲ ਸ਼ਾਮਲ ਨੇ, ਔਰ ਵਕਾਲਤਾਂ ਕਰਦੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਕਿ ਮੈਂ ਇੱਕ ਅੱਖਰ ਪੜ੍ਹਿਆ ਕਿ ਇਹ ਜਿਹੜੇ ਕਾਨੂੰਨ ਨੇ ਕਿਸਾਨਾਂ ਦੇ ਹਿੱਤ ਵਿੱਚ ਨੇ, ਉਹੀ ਮੁੜ ਕੇ ਫਿਰ ਕਹਿੰਦੇ ਨੇ ਜੀ ਅਸੀਂ ਜਿਹੜਾ ਉਹ ਅਸਤੀਫਾ ਦਵਾਤਾ। ਬੜੀ ਵੱਡੀ ਕੁਰਬਾਨੀ ਕੀਤੀ ਹੈ, ਬਹੁਤ ਵੱਡੀ ਕੁਰਬਾਨੀ ਦਿੱਤੀ। ਕੀ ਕੁਰਬਾਨੀ ਦਿੱਤੀ? ਜਦੋਂ ਕਿਸਾਨਾਂ ਦਾ ਹਜੂਮ ਵੇਖਿਆ ਪਏ, ਪੰਜਾਬ ਦੀ ਕਿਸਾਨੀ ਉੱਠ ਖਲੋਤੀ ਆ, ਬੱਚਾ ਪਿੰਡਾਂ 'ਚ ਉੱਠ ਖਲੋਤਾ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਪਿਆ ਤੇ ਕਹਤਾ ਜੀ ਬੜੀ ਵੱਡੀ ਕੁਰਬਾਨੀ। ਕਾਹਦੀ ਕੁਰਬਾਨੀ? ਉਹ ਲੋਕ ਫਿਰ ਜਿਹੜੇ ਉਹਨਾਂ ਦੇ ਪਿਛਲੱਗ ਨੇ ਉਹ ਫਿਰ ਇਹੀ ਕਰੀ ਜਾਂਦੇ ਨੇ। ਸੋ ਇਹ ਜਿਹੜਾ ਹੈ ਇਹ ਆਉਣ ਵਾਲਾ ਸਮਾਂ ਇਸ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਜ਼ਾਹਿਰ ਕਰਤਾ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸੋਚ ਰਹੇ ਹਾਂ ਕਿ ਜਿੰਨਾ ਫਰਕ ਪੈਣਾ ਚਾਹੀਦਾ ਸੀ ਉਹਨਾਂ ਨਹੀਂ ਪਿਆ ਜੀ, ਲੋਕ ਫਿਰ ਪਾਰਟੀਆਂ ਚਲੇ ਗਏ। ਬਿਲਕੁਲ। ਔਰ ਇਸੇ ਕਰਕੇ ਅਸੀਂ ਆਪਣੇ ਭਾਈਚਾਰੇ ਨੂੰ ਕਹਿੰਦੇ ਸਾਂ, ਜਿਹੜੀਆਂ 22 ਜਥੇਬੰਦੀਆਂ ਗਈਆਂ ਵੀ ਅਜੇ ਹਾਲਾਤ ਕਾਰਗਰ ਨਹੀਂ ਹੈਗੇ, ਪਰ ਅੰਦਰ ਖਾਤਿਓਂ ਲੋਕ ਚਾਹੁੰਦੇ ਨੇ ਕਿ ਕੋਈ ਬਦਲਵੀਂ ਧਿਰ ਆਵੇ ਤੇ ਇਹਨਾਂ ਤੋਂ ਜਾਨ ਛੁੱਟੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਜਾਨ ਛਡਾਉਣੀ ਕਿੱਦਾਂ। ਸਭ ਕੁਝ ਬੀਬਾ ਜੀ ਇੱਕ ਗੱਲ ਤੁਹਾਨੂੰ ਦੱਸੀਏ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਹੋਏਗਾ। ਔਰ ਜਿਸ ਤਰ੍ਹਾਂ ਇਸ ਕਿਸਾਨ ਅੰਦੋਲਨ ਨੇ ਪੰਜਾਬ ਨੂੰ ਜਗਾਤਾ, ਪੂਰੇ ਦੇਸ਼ ਨੂੰ ਜਗਾਤਾ, ਲੋਕਾਂ 'ਚ ਗੱਲ ਤਾਂ ਚਲੇਗੀ, ਸੱਚਾਈ ਦਾ ਪਤਾ ਲੱਗ ਗਿਆ, ਔਰ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਦਾ ਨਾਂ ਹੈ ਜਾਂ ਨਹੀਂ ਹੈ। ਹੈਗਾ। ਕੇਰਲਾ 'ਚ ਮੈਨੂੰ 2 ਵਾਰਾਂ ਜਾਣ ਦਾ ਮੌਕਾ ਮਿਲਿਆ, ਜੋ ਉੱਥੋਂ ਦੇ ਲੋਕਾਂ ਨੇ ਮਾਣ ਸਤਿਕਾਰ ਕੀਤਾ। ਛੱਤੀਸਗੜ੍ਹ, ਮਹਾਰਾਸ਼ਟਰ, MP, ਰਾਜਸਥਾਨ, UP, ਜਿਨ੍ਹਾਂ ਸਟੇਟਾਂ 'ਚ ਗਏ ਆ ਉੱਥੇ ਲੋਕਾਂ ਨੇ ਮਾਣ ਸਤਿਕਾਰ ਕੀਤਾ ਤੇ ਇੱਕੋ ਗੱਲ ਕਰਦੇ ਵੀ ਤੁਸੀਂ ਸਰਦਾਰੋ ਜਗਾਤਾ ਸਾਨੂੰ ਸੁੱਤਿਆਂ ਨੂੰ। ਸੋ ਇਸ ਟਾਈਮ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਸੰਯੁਕਤ ਮੋਰਚਾ ਹੈ ਇਹ ਬਹੁਤ ਵੱਡੇ ਕੰਮ ਕਰਨ ਜਾ ਰਿਹਾ ਔਰ ਰਸਤੇ ਲੈ ਕੇ ਚੱਲ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਕੁਝ ਹੋਏਗਾ, ਬਦਲ ਵੀ ਜਾਏ, ਇਹਨਾਂ ਨੂੰ ਦਿੱਤਾ ਜਾਏਗਾ। ਲੋਕ ਬਦਲ ਚਾਹੁੰਦੇ ਨੇ, ਪਰ ਅਸੀਂ ਜੇ ਤਾਂ ਇਹ ਮੋਰਚਾ ਜਿੱਤ ਆਉਂਦੇ ਸਾਰਾ ਉੱਥੋਂ ਤੇ ਫਿਰ ਹੋ ਸਕਦਾ ਸੀ ਕਿ ਸਾਰੇ ਇਕੱਠੇ ਹੋ ਕੇ ਵੀ ਲੱਗ ਜਾਣ, ਪਰ ਮੋਰਚਾ ਤਾਂ ਜੇ ਅਧੂਰਾ ਪਿਆ। ਸਾਨੂੰ ਉਹ ਲੋਕ ਸਾਡੇ ਤੇ ਸਵਾਲ ਕਰਦੇ ਆ ਜਿਸ ਕਰਕੇ ਨਹੀਂ ਕੀਤਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਦੀ ਮਨ ਦੀ ਇੱਛਾ ਵੀ ਜਿਹੜੀ ਆ ਉਹ ਪੂਰੀ ਹੋਵੇਗੀ, ਪਰ ਜੇ ਅਧੂਰਾ ਸੀ, ਲੋਕਾਂ ਦੀਆਂ ਆਸ਼ਾਵਾਂ ਜਿਹੜੀਆਂ ਸਨ ਉਹਨਾਂ ਅਸੀਂ ਪੂਰੇ ਨਹੀਂ ਕਰ ਪਾਏ। ਅਸੀਂ ਕੈਂਡੀਡੇਟ ਕਿਸ ਤਰ੍ਹਾਂ ਦੇ ਦਿੱਤੇ, ਕਿੰਨੇ ਕੈਂਡੀਡੇਟਾਂ ਦੇ ਰੌਲ ਪਿਆ। ਹੁਣ ਤੁਸੀਂ ਉੱਥੋਂ ਧਰਮਕੋਟ ਤੋਂ ਲੈ ਲਓ, ਉਹ ਹੀਰੋ ਹੈ ਕੋਈ, ਹਰਚਰਨ ਸਿੰਘ ਹੀਰੋ ਸੀ ਪਹਿਲਾਂ ਜਿਹੜਾ ਰਿਹਾ, ਜਿਨ੍ਹਾਂ ਨੇ 400 ਏਕੜ ਜ਼ਮੀਨ ਤੇ, ਦਰਿਆ ਦੀ ਜ਼ਮੀਨ ਤੇ ਕਬਜ਼ਾ ਕੀਤਾ। ਉਹਦੇ ਬੇਟੇ ਨੂੰ ਉੱਥੇ ਜਿਹੜੀ ਟਿਕਟ ਦੇਤੀ ਆ। ਇਸ ਤਰ੍ਹਾਂ ਹੋਰ ਬੜੇ ਰੌਲੇ ਪੈ ਰਹੇ ਨੇ, ਪੂਰੇ ਪੰਜਾਬ ਦੇ ਵਿੱਚ ਰੌਲੇ ਪੈ ਰਹੇ। ਸੋ ਪਰ ਅਸੀਂ ਬਦਲ ਸਹੀ ਤਰੀਕੇ ਨਾਲ ਦੇ ਸਕੇ। ਜੋ ਇਹ ਸਾਡੇ ਭਰਾਵਾਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ, ਲੋਕ ਚਾਹੁੰਦੇ ਨੇ, ਪਰ ਆਉਣ ਵਾਲੇ ਸਮੇਂ 'ਚ ਸਮਾਂ ਲੱਗਦਾ ਇੰਨੇ ਵਿਗੜੇ ਸਿਸਟਮ ਨੂੰ ਜੇ ਅਸੀਂ ਕਹੀਏ ਵੀ ਇੱਕਦਮ ਰਾਤੋਂ ਰਾਤ ਅਸੀਂ ਇਹ ਸਾਫ਼ ਕਰ ਦਈਏ, ਨਹੀਂ ਹੁੰਦਾ, ਸਮਾਂ ਲੱਗਦਾ। ਇਹ ਬੜੇ ਲੰਬੇ ਸਮੇਂ ਤੋਂ ਸਿਸਟਮ ਜਿਹੜਾ ਇਹ ਢਲਦਾ ਮਤਲਬ ਵਿਗੜਿਆ, ਇਹਨੂੰ ਲਿਆਉਣ ਵਾਸਤੇ ਥੋੜਾ ਜਿਹਾ ਸਮਾਂ ਚਾਹੀਦਾ ਹੈ। ਕਿਸਾਨ ਅੰਦੋਲਨ ਦੇ ਦੌਰਾਨ ਭਾਜਪਾ ਦੇ ਲੀਡਰ ਹਰਜੀਤ ਗਰੇਵਾਲ ਨੇ ਸਾਰਾ ਜਹਾਨ ਆਪਣੇ ਵੈਰ ਪਵਾ ਲਿਆ, ਝੋਨਾ ਵੀ ਪਟਵਾ ਲਿਆ। ਹੁਣ ਭਾਜਪਾ ਨੇ ਟਿਕਟ ਨਹੀਂ ਦਿੱਤੀ ਤੇ ਉੱਪਰ ਉਹ ਕਹਿੰਦਾ ਮੈਂ ਉਹ ਲੀਡਰ ਥੋੜੀ ਆ ਜਿਹੜੇ ਭੀਖ ਮੰਗ ਕੇ ਟਿਕਟਾਂ ਲੈਂਦੇ ਨੇ। ਢੀਠ ਬੰਦੇ ਦਾ ਕੀ ਹੁੰਦਾ, ਹੱਥ ਨਾ ਉਪੜਿਆ ਥੂ ਕੌੜੀ। ਇਹਨਾਂ ਲੋਕਾਂ ਦੀ ਉਹ ਗੱਲ ਆ।
ਫਿਰ ਸਾਨੂੰ ਹੁਣ ਬੇਟਾ ਜੀ ਅਸੀਂ ਚੈਨਲ ਤੇ ਬੈਠੇ ਹਾਂ ਤੇ ਦੁਨੀਆ ਨੇ ਵੇਖਣਾ, ਸਾਨੂੰ ਆਪਣੇ ਮੂੰਹ ਤੋਂ ਸ਼ਬਦ ਜਿਹੜੇ ਨੇ ਬਹੁਤ ਸੋਚ ਸਮਝ ਕੇ ਬੋਲਣੇ ਪੈਣਗੇ ਕੁਐਸਚਨ, ਪਰ ਇਹ ਬੰਦੇ ਬਹੁਤ ਢੀਠ ਨੇ, ਉਹਨਾਂ ਦੇ ਪ੍ਰਤੀ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹੜੇ ਸ਼ਬਦਾਂ ਦੇ ਇਹ ਹੱਕਦਾਰ ਨੇ। ਪਰ ਦੂਸਰੇ ਪਾਸੇ ਇਹ ਵੀ ਆ ਕਿ ਜਿਸ ਤਰ੍ਹਾਂ ਅੱਜ ਆ ਕੈਪਟਨ ਅਮਰਿੰਦਰ ਸਿੰਘ ਹੱਥ 'ਚ ਗੁਟਕਾ ਫੜ ਕੇ ਤੇ ਕਸਮਾਂ ਖਾ ਰਿਹਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗਾ, ਮੈਂ ਪੰਜਾਬ 'ਚੋਂ ਨਸ਼ਾ ਖਤਮ ਕਰਾਂਗਾ, ਮੈਂ ਭ੍ਰਿਸ਼ਟਾਚਾਰ ਖਤਮ ਕਰਾਂਗਾ, ਮੈਂ ਸਭ ਕੁਝ ਖਤਮ ਕਰਾਂਗਾ। ਕੀ ਕੀਤਾ ਉਸਨੇ? ਲੰਬੇ ਹੋ ਕੇ ਜਾਨ ਛਡਾ ਲਈ। ਅੱਜ ਉਧਰ ਬੀਜੇਪੀ 'ਚ ਗਿਆ, ਅੱਜ ਬੀਜੇਪੀ ਚੰਗੀ ਹੋ ਗਈ। ਫਿਰ ਸੁਖਦੇਵ ਸਿੰਘ ਢੀਂਡਸੇ ਵਰਗੇ ਜਿਹੜੇ ਅਕਾਲੀ ਦਲ 'ਚ ਰਹੇ, ਮੈਂ ਉਹਨਾਂ ਬੰਦਿਆਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਸੱਜੀਆਂ ਤੇ ਖੱਬੀਆਂ ਬਾਹਾਂ ਸੀ, ਬਹੁਤ ਵੱਡੇ ਸੰਤ ਭਿੰਡਰਾਂ ਵਾਲਿਆਂ ਦੇ ਨੇੜੇ ਦੇ ਸਨ, ਉਹ ਅੱਜ ਬੀਜੇਪੀ ਦੇ ਜਾ ਕੇ ਬੈਠੇ ਨੇ। ਔਰ ਜੇ ਮੈਂ ਕਿਸੇ ਨਾਲ ਇੱਕ ਸੱਜਣ ਨਾਲ ਗੱਲ ਕੀਤੀ ਵੀ ਤੁਸੀਂ ਇਹ ਕੀ ਕੀਤਾ, ਤੇ ਅੱਗੋਂ ਉਹਨਾਂ ਨੇ ਜਵਾਬ ਹੋਰ ਹਿਸਾਬ ਦਾ ਦਿੱਤਾ, ਪਰ ਮੈਂ ਉਹਨਾਂ ਨੂੰ ਕੀ ਕਹਾਂ ਉਹਨਾਂ ਲੋਕਾਂ ਨੂੰ। ਸੋ ਗੱਲਾਂ ਕਿਤੇ ਮੂੰਹੋਂ ਫਿਰ ਨਿਕਲ ਜਾਂਦੀਆਂ ਨੇ ਦੁਖੀ ਮਨ ਤੋਂ, ਪਰ ਮੈਂ ਸੋਚਦਾ ਕਿ ਸਾਨੂੰ ਸੋਚ ਕੇ ਹੀ ਬੋਲਣਾ ਚਾਹੀਦਾ ਹੈ। ਸਾਡੇ ਅੱਜ ਬਹੁਤ ਗਿਣਤੀ ਲੋਕ ਜਿਹੜੇ ਆਮ ਲੋਕ ਨੇ, ਉਹਨਾਂ ਦੀ ਜ਼ਮੀਰ ਹੈਗੀ ਆ, ਉਹਨਾਂ 'ਚ ਅਣਖ ਹੈਗੀ ਆ, ਪਰ ਜਿਹੜੇ ਆਪਣੇ ਆਪ ਨੂੰ ਚੌਧਰੀ ਕਹਾਉਂਦੇ ਨੇ, ਮੈਂ ਡੰਕੇ ਦੀ ਚੋਟ ਤੇ ਕਹਿਣਾ ਕਿ ਉਹਨਾਂ 'ਚ ਨਾ ਉਹਨਾਂ ਦੀ ਜ਼ਮੀਰ ਹੈ ਤੇ ਨਾ ਉਹਨਾਂ 'ਚ ਅਣਖ ਹੈ। ਅੱਜ ਜਿਸ ਤਰ੍ਹਾਂ ਜਿਹੜੇ ਅੱਜ ਬੀਜੇਪੀ 'ਚ ਜਾ ਰਹੇ ਨੇ, ਜਿਸ ਬੀਜੇਪੀ ਨੇ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਜਦੋਂ ਟੈਂਕਾਂ ਤੋਪਾਂ ਨਾਲ ਹਮਲਾ ਕਰਾਇਆ, ਉਹ ਬੀਜੇਪੀ ਕਹਿੰਦੀ ਆ ਕਿ ਕਾਂਗਰਸ ਨਹੀਂ ਸੀ, ਇੰਦਰਾ ਗਾਂਧੀ ਨਹੀਂ ਸੀ ਕਰਦੀ। ਇੰਦਰਾ ਗਾਂਧੀ ਬਾਰੇ ਉਹ ਕਹਿੰਦੇ ਇਹ ਫੌਜੀ ਹਮਲਾ ਨਹੀਂ ਸੀ ਕਰਦੀ ਤੇ ਅਸੀਂ ਕਰਵਾਇਆ। ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਕਿਤਾਬਾਂ ਜਿਹੜੀਆਂ ਲਿਖੀਆਂ ਉਹਨਾਂ ਨੇ ਸਪਸ਼ਟ ਕੀਤਾ, ਜਿਨ੍ਹਾਂ ਨੇ ਸਾਡਾ ਅਕਾਲ ਤਖਤ ਢਵਾਤਾ, ਸਾਡੀ ਨੌਜਵਾਨੀ ਖਤਮ ਕਰਾਤੀ, ਸਾਡਾ ਦਰਬਾਰ ਸਾਹਿਬ ਛਾਣੀ ਕਰਾਤਾ। ਅੱਜ ਉਸ ਬੀਜੇਪੀ ਦੇ ਨਾਲ ਜਿਹੜੀ ਇਹ ਫਿਰ ਲੋਕ ਜਾ ਰਹੇ ਨੇ ਤੇ ਜਾ ਵੀ ਸੰਤਾਂ ਭਿੰਡਰਾਂ ਵਾਲਿਆਂ ਦੇ ਜਿਹੜੇ ਨੇੜੇ ਰਹਿਣ ਵਾਲੇ ਉਹ, ਤੇ ਇਹ ਕਿਸ ਤਰ੍ਹਾਂ ਦੇ ਬੰਦੇ, ਕਿਵੇਂ ਅਣਖ ਆ ਸਾਡੀ। ਮੈਨੂੰ ਬਹੁਤ ਕੁਝ ਕਿਹਾ ਜਾ ਰਿਹਾ, ਪਰ ਮੈਂ ਸੱਚ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਸਾਡੇ ਅੱਜ ਬਹੁਤ ਸਾਰੇ ਲੀਡਰਾਂ ਚੋਂ, ਆਮ ਜਨਤਾ ਚੋਂ ਨਹੀਂ, ਆਮ ਜਨਤਾ ਤੇ ਜਿਹੜੀ ਅੱਜ ਅੰਦੋਲਨ ਉੱਥੇ ਸ਼ੁਰੂ ਕੀਤਾ ਤੇ ਕਿਸ ਤਰ੍ਹਾਂ ਗਈ ਆ। ਅੱਜ ਜੇ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲਦੀ ਆ, ਲੱਖਾਂ ਦੀ ਗਿਣਤੀ 'ਚ ਲੋਕ ਇਕੱਠੇ ਹੁੰਦੇ ਨੇ। ਅੱਜ ਕਿਤੇ ਹੋਰ ਗੱਲ ਚੱਲਦੀ ਹੈ ਤੇ ਜਿੱਥੇ ਧਰਮ ਦੀ ਗੱਲ ਚੱਲਦੀ ਆ, ਕੌਮ ਦੀ ਗੱਲ ਚੱਲਦੀ ਆ, ਪੰਜਾਬ ਦੀ ਗੱਲ ਚੱਲਦੀ ਆ, ਕਿਸਾਨੀ ਦੀ ਗੱਲ ਚੱਲਦੀ ਆ, ਤੇ ਉੱਥੇ ਜਾਂਦੇ ਨੇ। ਔਰ ਇੱਕ ਗੱਲ ਹੋਰ ਬੀਬਾ ਜੀ, ਸਭ ਤੋਂ ਵੱਡੀ ਗੱਲ, ਇਸ ਕਿਸਾਨ ਅੰਦੋਲਨ ਨੇ ਜਿਹੜੇ ਲੋਕ ਸਾਨੂੰ ਅੱਤਵਾਦੀ, ਤੰਕਵਾਦੀ, ਦੇਸ਼ ਧਰੋਹੀ, ਖਾਲਿਸਤਾਨੀ, ਮਾਓਵਾਦੀ ਦੱਸਦੇ ਸੀ, ਉਹਨਾਂ ਲੋਕਾਂ ਨੂੰ ਸਾਡੇ ਹਿੰਦੂ ਭਾਈ ਵੀਰਾਂ ਨੇ ਜਵਾਬ ਦਿੱਤੇ ਠੋਕ ਕੇ ਵੀ ਜੇ ਇਹ ਲੋਕ ਅੱਤਵਾਦੀ ਨੇ, ਤੁਸੀਂ ਭੁੱਲ ਗਏ ਅੰਦੋਲਨਕਾਰੀ ਵੀ ਕਿਹਾ ਤੇ ਅਸੀਂ ਵੀ ਬਹੁਤ ਕੁਝ ਕਿਹਾ, ਬਹੁਤ ਕੁਝ ਕਿਹਾ, ਅੰਦੋਲਨ ਜੀ ਵੀ ਬਹੁਤ ਕੁਝ ਕਿਹਾ। ਸੋ ਉਹਨਾਂ ਦਾ ਜਵਾਬ ਭਾਰਤ ਦੇ ਹਿੰਦੂ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਨੇ ਠੋਕ ਕੇ ਦਿੱਤਾ। ਔਰ ਉਹ ਅੱਜ ਜਦੋਂ ਅਸੀਂ ਉੱਥੋਂ ਆਏ ਤੇ ਕਿਸ ਤਰ੍ਹਾਂ ਦਾ, ਤੇ ਹੁਣ ਵੀ 15 ਤਰੀਕ ਨੂੰ ਅਸੀਂ ਜਦੋਂ ਮੀਟਿੰਗ ਗਏ ਆ ਤੇ ਸਾਨੂੰ ਉੱਥੇ ਵਾਰ-ਵਾਰ ਵੀ ਅੱਜ ਹਮਾਰੇ ਗਾँव में ਜਾਣਾ, ਅੱਜ ਹਮਾਰੇ गाँव में ਜਾਣਾ। ਫਿਰ ਕਿਹਾ ਵੀ ਸਾਰੇ ਥਾਂ ਦੇ ਫਿਰ ਸਹੀ 2 ਪਿੰਡਾਂ ਦੇ ਵਿੱਚ ਵੱਖਰੇ ਥਾਵਾਂ ਤੇ ਗਏ, ਉੱਥੇ ਰਾਤ ਲੰਗਰ ਪਾਣੀ ਉਹਨਾਂ ਕੋਲ ਛਕ ਕੇ ਆਏ। ਸੋ ਸਾਡੀ ਜਿਹੜੀ ਭਾਈਚਾਰਕ ਸਾਂਝ, ਜੋ ਸਿੱਖਾਂ ਦੇ ਉੱਤੇ ਇੱਕ ਧੱਬਾ ਲੱਗਿਆ ਸੀ, ਉਹ ਲੱਥਾ, ਇਹ ਲਾਤ ਹੈ। ਤੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਬਦਲ ਚਾਹੁੰਦੇ ਨੇ, ਉਹ ਬਦਲ ਵੀ ਮਿਲੇਗਾ। ਇਕੱਲੇ ਪੰਜਾਬ ਨੂੰ ਨਹੀਂ, ਦੇਸ਼ ਦੇ ਵਿੱਚ ਬਦਲ ਆਏਗਾ। ਸਿਰਸਾ ਸਾਹਿਬ, ਭਗਵੰਤ ਮਾਨ ਕਹਿੰਦਾ ਵੀ ਅਸੀਂ ਵਿਰੋਧੀ ਪਾਰਟੀਆਂ ਵਾਂਗੂ ਪੈਸੇ ਨਾਲ ਨਹੀਂ ਜਿੱਤਣਾ, ਮੁਹੱਬਤ ਨਾਲ ਜਿੱਤਣਾ। ਸਿਆਸਤ ਤੇ ਮੁਹੱਬਤ ਹੈ ਕੋਈ ਆਪਸੀ ਰਿਸ਼ਤਾ? ਸਿਆਸਤ ਤੇ ਮੁਹੱਬਤ ਦਾ ਕੋਈ ਰਿਸ਼ਤਾ ਨਹੀਂ ਅੱਜ ਦੇ ਸਮੇਂ 'ਚ ਸੀ, ਅੱਜ ਨਹੀਂ। ਅਸੀਂ, ਮੇਰੀ 80 ਸਾਲ ਦੀ ਉਮਰ ਹੋਣ ਵਾਲੀ, ਅਸੀਂ ਬਹੁਤ ਸਾਰੇ ਸ਼ੁਰੂ ਤੋਂ ਲੈ ਕੇ ਇਲੈਕਸ਼ਨਾਂ ਦੇ ਵਿੱਚ ਹੀ ਰਾਜਨੀਤੀ ਦੇ ਵਿੱਚ ਪੈਰ, ਮਤਲਬ ਕਿ ਛੋਟੀ ਉਮਰ ਤੋਂ ਹੀ ਪੈਰ ਜਿਹੜਾ ਸੀ ਰੱਖ ਲਿਆ ਸੀ। ਤੇ ਹੁਣ ਤੱਕ ਵੇਖਿਆ, ਪਹਿਲਾਂ ਬਿਲਕੁਲ ਨਹੀਂ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਪੈਸਾ ਵੀ ਕਿਸੇ ਨੂੰ ਦੇਣਾ ਜੀ, ਪਤਾ ਹੀ ਨਹੀਂ ਹੁੰਦਾ ਸੀ ਵੀ ਕਿਸੇ ਨੂੰ ਝੂਠੇ ਲਾਰੇ ਵੀ ਲਾਉਣੇ ਆ, ਕੋਈ ਪਤਾ ਨਹੀਂ ਸੀ ਹੁੰਦਾ। ਪਰ ਅੱਜ ਇਹ ਰਾਜਨੀਤੀ ਜਿਹੜੀ ਆ, ਇਹਨਾਂ ਨੇ ਇੰਨੀ
ਮਤਲਬ ਕਿ ਇਹ ਤੋਂ ਲੋਕਾਂ ਦੀ ਚੰਗੇ ਲੋਕ ਜਿਹੜੇ ਨਫ਼ਰਤ ਕਰਨ ਲੱਗ ਗਏ ਆ ਕਿ ਹੱਦ ਤੋਂ ਵੱਧ ਭਗਵੰਤ ਮਾਨ ਨੂੰ ਇਹ ਪੁੱਛਿਆ ਜਾਵੇ ਵੀ ਫਿਰ ਤੁਸੀਂ ਜਿਹੜੇ ਤੁਹਾਡੇ ਲੀਡਰਾਂ ਦੇ ਉੱਤੇ ਇਲਜ਼ਾਮ ਲੱਗਦੇ ਆ ਵੀ ਤੁਸੀਂ ਪੈਸੇ ਲੈ ਕੇ ਧਨਾੜ ਲੋਕਾਂ ਨੂੰ ਟਿਕਟਾਂ ਦਿੱਤੀਆਂ ਨੇ ਤੇ ਕੀ ਉਹ ਸੱਚ ਨਹੀਂਗਾ। ਸੋ ਇਸ ਕਰਕੇ ਉਹ ਪੈਸੇ ਕਿਉਂ ਲੈ ਗਏ ਤੇ ਉਹ ਪੈਸੇ ਕਾਹਦੇ ਵਾਸਤੇ ਲਏ ਆ। ਤੇ ਇਹ ਠੀਕ ਹੈ ਕਿ ਚਲੋ ਉਹਨਾਂ ਦੀ ਆਪਣੀ ਸੋਚ ਹੋ। ਭਗਵੰਤ ਮਾਨ ਦੇ ਇਕੱਲੇ ਤੇ ਮੈਂ ਇਹ ਵੀ ਨਹੀਂ ਟਿੱਪਣੀ ਕਰਾਂਗਾ ਕਿ ਭਗਵੰਤ ਮਾਨ ਦਾ ਜੋ ਇਲਾਕੇ ਦੇ ਵਿੱਚੋਂ ਪਾਰਲੀਮੈਂਟ ਹਲਕੇ ਚੋਂ ਤੋਂ ਪਤਾ ਲੱਗਿਆ ਕਿ ਜਿਹੜਾ ਪੈਸਾ ਉਹਦੇ ਮਤਲਬ ਕਿ ਕੋਟੇ ਦਾ ਸੀ ਉਹ ਪੈਸਾ ਉਹਨੇ ਠੀਕ ਦਿੱਤਾ। ਜਿਹੜੀ ਚੰਗੀ ਗੱਲ ਉਹ ਚੰਗੀ ਵੀ ਕਹਾਂ ਉਹਨੇ ਵੰਡਿਆ, ਉਹ ਚੋਂ ਕੋਈ ਉਹਨੇ ਕਮਿਸ਼ਨ ਨਹੀਂ ਲਿਆ। ਇਹ ਪਿੰਡਾਂ ਦੀਆਂ ਰਿਪੋਰਟਾਂ ਨੇ ਸਾਡੇ ਕੋਲ ਜੀ, ਠੀਕ ਹੈ ਜੀ। ਪਰ ਜੇ ਭਗਵੰਤ ਮਾਨ ਕਵੇ ਸਾਰਿਆਂ ਨੂੰ ਤੇ ਸਾਰਿਆਂ ਇਹ ਗੱਲ ਨਹੀਂ ਹੋ ਸਕਦੀ। ਪੈਸਾ ਵੀ ਚੱਲਦਾ ਤੇ ਸਭ ਕੁਝ ਚੱਲਦਾ ਹੈ। ਸਿਰਸਾ ਸਾਹਿਬ, ਪਿਓ ਪੁੱਤ ਨੌ ਧੀ ਜਵਾਈ ਤੇ ਕੁੜਮਾਂ ਦੇ ਕੁਣਬੇ ਨੇ ਪੰਜਾਬ ਨੂੰ ਜੱਫੀ ਮਾਰੀ ਆ, ਛੱਡਦੇ ਨਹੀਂ। ਕਿੱਦਾਂ ਛੁੱਟੂਗਾ ਪੰਜਾਬ? ਉਹ ਅਕਾਲ ਪੁਰਖ ਦੀ ਕਿਰਪਾ ਚਾਹੀਦੀ ਆ। ਜਿਸ ਢੰਗ ਦੇ ਨਾਲ ਸੰਯੁਕਤ ਮੋਰਚਾ ਇਹ ਤਿਆਰ ਹੋਇਆ ਔਰ ਅੱਜ ਪ੍ਰੈਸ਼ਰ ਗਰੁੱਪ ਜਿਹੜਾ ਬਣ ਗਿਆ, ਮੈਂ ਤੁਹਾਨੂੰ ਇੱਕ ਵਾਅਦੇ ਨਾਲ ਕਹਿਣਾ, ਗੁਰੂ ਕਿਰਪਾ ਰੱਖੇ, ਹੰਕਾਰ ਨਾ ਕਰਾਵੇ। ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸੋਚ ਹੈ ਉਹ ਕੋਲ ਨਹੀਂ ਬੈਠਾ। ਉਹਦੀ ਜਿਹੜੀ ਸੋਚ ਹੈ, ਜਦੋਂ ਅਸੀਂ ਗੱਲ ਕਰਦੇ ਹਾਂ ਤੇ ਮੈਂ ਜਿਹੜੀ ਗੱਲ ਕਰਦਾ ਉਹਦਾ ਸਰਸਾ ਜੀ ਫਿਕਰ ਨਾ ਕਰੋ, ਆਪਾਂ ਇਹੋ ਕੁਛ ਹੀ ਕਰਾਂਗੇ ਭਈ ਆਹ ਚਾਹੀਦਾ ਡੱਲੇਵਾਲ ਜੀ। ਅਗਰ ਉਹ ਕਹਿੰਦਾ ਸਰਸਾ ਜੀ ਫਿਕਰ ਨਾ ਕਰੋ, ਆਪਾਂ ਇਹੋ ਕਰਾਂਗੇ। ਮਤਲਬ ਅਸੀਂ ਇਲੈਕਸ਼ਨ ਨਹੀਂ ਲੜਾਂਗੇ। ਸਭ ਤੋਂ ਵੱਡੀ ਗੱਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ, ਮੈਂ ਤਾਂ ਆਪਣੀ ਜ਼ਿੰਦਗੀ 'ਚ ਲੜਾਂਗਾ ਨਹੀਂ, ਐਸਜੀਪੀਸੀ ਦਾ ਵੀ ਨਹੀਂ ਲੜਾਂਗਾ। ਹਾਲਾਂਕਿ ਮੈਂ ਐਸਜੀਪੀਸੀ ਤੇ ਬੜਾ ਕੰਮ ਕੀਤਾ ਜੀ, ਬਹੁਤ ਜ਼ਿਆਦਾ ਕੰਮ ਕੀਤਾ। ਮੈਂ ਹੁਣ ਤੱਕ ਜਿਹੜੇ ਐਸਜੀਪੀ ਦੇ ਸਕੈਂਡਲ ਕਰਦੇ ਆ, ਅਰਬਾਂ ਦੇ ਸਕੈਂਡਲ ਕੱਢ ਚੁੱਕਾ। ਕੀ ਕੋਈ ਕੁਝ ਹੋ ਰਿਹਾ, ਪਰ ਉਹਨੂੰ ਸੁਧਾਰ ਤੇ ਲਿਆਉਣ ਵਾਸਤੇ ਹੋਰ ਕੰਮ ਕਰਾਂਗੇ, ਚੰਗੇ ਬੰਦੇ ਲਿਆਵਾਂਗੇ, ਆਪ ਨਹੀਂ। ਇਸੇ ਤਰ੍ਹਾਂ ਡੱਲੇਵਾਲ ਦੀ ਸੋਚ ਹੈ। ਔਰ ਜੇ ਅਸੀਂ ਕੋਈ ਜਿਉਂਦੇ ਰਹੇ ਤੇ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਵਾਕਿਆ ਹੀ ਕੋਈ ਬੰਦੇ ਪੰਜਾਬ ਵਾਸਤੇ ਜਿਹੜੇ ਨੇ ਉਹ ਚੰਗੀ ਰਾਜਨੀਤੀ ਵਾਸਤੇ ਕੀ ਸੋਚ ਰੱਖਦੇ ਨੇ, ਕਿਸ ਤਰ੍ਹਾਂ ਲਿਆਉਣੇ ਆ। ਅਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਬਦਲ ਜਿਹੜਾ ਉਹ ਕਿਸ ਤਰ੍ਹਾਂ ਦਾ ਚਾਹੁੰਦੇ ਆ, ਕਿਉਂਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਸਾਡੀ ਸਿੱਖਾਂ ਦੀ ਇੱਕ ਨੁਮਾਇੰਦਾ ਜਮਾਤ ਹੈ ਤੇ ਬਹੁਤ ਵੱਡੀ ਹੈ। ਤੇ ਉਹ 'ਚ ਇੱਕ ਬਜਟ ਹੈ, ਇੱਕ ਸੈਮੀ ਸਰਕਾਰ ਹੈ, ਬਜਟ ਵੀ ਬੜਾ ਵੱਡਾ ਹੈ, ਪਰ ਉੱਥੇ ਬਹੁਤ ਵੱਡੇ ਪੱਧਰ ਤੇ ਲੁੱਟ ਖਸੁੱਟ ਹੋ ਰਹੀ ਆ। ਉੱਥੋਂ ਗਲਤ ਲਿਟਰੇਚਰ ਵੀ ਜਿਹੜਾ ਹੈ ਉਹ ਕਿਸ ਤਰ੍ਹਾਂ ਛਪ ਰਿਹਾ, ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਉੱਤੇ ਕੌਣ ਲੋਕ ਬੈਠੇ ਨੇ, ਉਹਨਾਂ ਨੂੰ ਕਿਵੇਂ ਲਾਉਣਾ ਹੈ ਤੇ ਇਹ ਮਾੜੀ ਰਾਜਨੀਤਿਕ ਲੋਕਾਂ ਤੋਂ ਹੀ ਖਹਿੜਾ ਕਿਵੇਂ ਛਡਾਉਣਾ। ਆਉਣ ਵਾਲਾ ਸਮਾਂ ਜਿਹੜਾ ਹੈ ਇਹ ਤੁਹਾਡੇ ਵਾਸਤੇ ਕੁਛ ਨਾ ਕੁਛ ਚੰਗਾ ਲੈ ਕੇ ਆਵੇਗਾ। ਕਿਉਂਕਿ ਜਿਹੜੀ ਸੰਯੁਕਤ ਮੋਰਚੇ ਨੇ ਜਿੱਤ ਕੀਤੀ ਹੈ, ਉੱਥੋਂ ਜਿੱਤ ਕੇ ਜਿਹੜਾ ਅਸੀਂ ਆਏ ਹਾਂ, ਮੋਦੀ ਨੂੰ ਜਿਹੜਾ ਹਰਾ ਕੇ ਆਏ ਹਾਂ, ਉਹ ਬਹੁਤ ਵੱਡੀ ਜਿੱਤ ਹੈ, ਬਹੁਤ ਵੱਡੀ ਪ੍ਰਾਪਤੀ ਹੈ। ਔਰ ਇਹਨੇ ਸਾਨੂੰ ਦੇਸ਼ ਦੇ ਲੋਕਾਂ ਨਾਲ ਜੁੜਨ ਵਾਸਤੇ ਇੱਕ ਮੌਕਾ ਦਿੱਤਾ ਹੈ ਤੇ ਉਹ ਦੇਸ਼ ਦੇ ਲੋਕ ਸਾਡੇ ਨਾਲ ਜੁੜ ਰਹੇ ਨੇ ਤੇ ਅਸੀਂ ਸਾਰੇ ਜੁੜ ਕੇ ਆਉਣ ਵਾਲੇ ਸਮੇਂ 'ਚ ਇੱਕ ਤੁਹਾਨੂੰ ਵਧੀਆ ਮਤਲਬ ਕਿ ਜਿਹੜਾ ਉਹ ਰਾਜ ਪ੍ਰਬੰਧ ਕਰਾਉਣ ਵਾਸਤੇ ਵੀ ਤੁਹਾਨੂੰ ਇੱਕ ਮੈਸੇਜ ਮਿਲੇਗਾ, ਤੁਹਾਨੂੰ ਇੱਕ ਟੀਮ ਮਿਲੇਗੀ, ਸਾਰਾ ਕੁਝ ਜੀ। ਸਿਰਸਾ ਸਾਹਿਬ, ਪੰਜਾਬੀ ਨੈਸ਼ਨਲ ਟੀਵੀ ਲਈ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬੀਬਾ ਜੀ, ਮੇਰੇ ਕੋਲ ਤੇ ਸ਼ਬਦ ਹੀ ਨਹੀਂ ਜਿਨ੍ਹਾਂ ਨਾਲ ਤੁਹਾਡਾ ਧੰਨਵਾਦ ਕਰਾਂ। ਤੁਸੀਂ ਆਏ ਹੋ ਔਰ ਤੁਹਾਡੇ ਇਹ ਸਾਥੀ ਆਏ ਨੇ ਤੇ ਤੁਸੀਂ ਸਾਡੇ ਕੋਲ ਸਮਾਂ ਕੱਢ ਕੇ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਜੇ। ਧੰਨਵਾਦ ਤਾਂ ਬੀਬਾ ਤੁਹਾਡਾ ਹੈ, ਬਹੁਤ ਬਹੁਤ ਧੰਨਵਾਦ।